ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਪ੍ਰੋਗਰਾਮ ਪ੍ਰਾਈਮ ਕੈਨੇਡਾ ਵਿੱਚ। ਮੈਂ ਹਾਂ ਅਵਨੀਤ ਸਿੰਘ ਤੇਜਾ ਤੇ ਮੇਰੇ ਨਾਲ ਬੈਠੇ ਹੋਏ ਨੇ ਰਾਜ ਧਾਲੀਵਾਲ, ਜਿਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਅਸੀਂ ਗੱਲ ਕਰਦੇ ਹਾਂ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੀ। ਜਦੋਂ ਵੱਖ-ਵੱਖ ਸੂਬਿਆਂ ਦੀ ਗੱਲ ਕਰਦੇ ਹਾਂ ਤੇ ਅਲਬਰਟਾ ਦੇ ਵਿੱਚ, ਜਿੱਥੇ ਅਸੀਂ ਇਸ ਵਕਤ ਬੈਠੇ ਹੋਏ ਹਾਂ, ਅਸੀਂ ਹਾਂ ਇਸ ਵਕਤ ਕੈਲਗਰੀ ਦੇ ਵਿੱਚ, ਜਿਹੜਾ ਅਲਬਰਟਾ ਦਾ ਵੱਡਾ ਸ਼ਹਿਰ ਹੈ ਤੇ ਕੈਨੇਡਾ ਦਾ ਵੀ ਇੱਕ ਵੱਡਾ ਸ਼ਹਿਰ, ਪ੍ਰਮੁੱਖ ਸ਼ਹਿਰ। ਪਰ ਜਦੋਂ ਪੰਜਾਬ 'ਚ ਬੈਠਿਆਂ ਨੂੰ ਜਾਂ ਕੈਨੇਡਾ ਤੋਂ ਬਾਹਰ ਬੈਠਿਆਂ ਨੂੰ ਗੱਲ ਕਰਦੇ ਹਾਂ ਜਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਤਾਂ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਕਿ ਕੈਨੇਡਾ ਵਿੱਚ ਸੂਬੇ ਕਿਹੜੇ-ਕਿਹੜੇ ਪ੍ਰਮੁੱਖ ਸੂਬੇ ਨੇ ਜਾਂ ਕਿਹੜੇ ਸੂਬੇ ਦੀ ਹੋਂਦ ਕਿਸ ਤਰ੍ਹਾਂ ਦੀ ਹੈ। ਜੇ ਅਲਬਰਟਾ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਪ੍ਰਮੁੱਖ ਸ਼ਹਿਰ ਕਿਹੜੇ-ਕਿਹੜੇ ਨੇ, ਇਹ ਅਲਬਰਟਾ ਵਸਿਆ ਕਿਵੇਂ, ਅਲਬਰਟਾ ਦਾ ਮੁੱਖ ਜਿਹੜਾ ਸੋਰਸ ਆਫ ਇਨਕਮ ਹੈ ਉਹ ਕੀ ਹੈ, ਅਤੇ ਜੇ ਅਲਬਰਟਾ ਦੇ ਵਿੱਚ ਆਉਣਾ ਹੋਵੇ ਤਾਂ ਇੱਥੇ ਵੇਖਣ ਨੂੰ ਕਿਹੜੀਆਂ-ਕਿਹੜੀਆਂ ਥਾਵਾਂ ਨੇ। ਸਾਰੀਆਂ ਗੱਲਾਂ ਦੇ ਜਵਾਬ ਦੇਣ ਲਈ ਮੇਰੇ ਨਾਲ ਨੇ ਰਾਜ ਧਾਲੀਵਾਲ, ਜਿਵੇਂ ਮੈਂ ਪਹਿਲਾਂ ਦੱਸ ਚੁੱਕਾ। ਅਸੀਂ ਪਹਿਲਾਂ ਰਾਜ ਹੁਣਾਂ ਦਾ ਸਵਾਗਤ ਕਰਦੇ ਹਾਂ ਅਤੇ ਫਿਰ ਉਹਨਾਂ ਕੋਲ ਪੁੱਛਦੇ ਹਾਂ, ਕਿਉਂਕਿ ਉਹ ਵੀ ਲੰਬੇ ਸਮੇਂ ਤੋਂ ਇਸ ਸੂਬੇ ਦੇ ਵਿੱਚ ਰਹਿ ਰਹੇ, ਜਦੋਂ ਤੋਂ ਭਾਰਤ ਛੱਡਿਆ ਅਤੇ ਇੱਥੇ ਹੀ ਆ ਕੇ ਵਸੇ ਅਤੇ ਮੁੜ ਕੇ ਇੱਥੇ ਦੇ ਹੋ ਕੇ ਰਹਿ ਗਏ। ਰਾਜ, ਬਹੁਤ ਬਹੁਤ ਸਵਾਗਤ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਫॉर ਹੈਵਿੰਗ ਮੀ, ਅਤੇ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ। ਰਾਜ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਇੱਥੋਂ ਹੀ ਸ਼ੁਰੂਆਤ ਕਰਦੇ ਹਾਂ। ਅਲਬਰਟਾ ਸੂਬਾ, ਟੋਟਲ ਕਿੰਨੇ ਸੂਬੇ, ਪਹਿਲਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਵੀ ਦੱਸਿਓ ਕੈਨੇਡਾ ਵਿੱਚ ਕਿੰਨੇ ਸੂਬੇ ਆ, ਅਲਬਰਟਾ ਦਾ ਸਥਾਨ ਕੀ ਹੈ, ਕਦੋਂ ਹੋਂਦ ਵਿੱਚ ਆਇਆ ਅਤੇ ਅਲਬਰਟਾ ਨਾਂ ਕਿਵੇਂ ਰੱਖਿਆ ਗਿਆ? ਹਾਂਜੀ, ਜਿੱਦਾਂ ਆਪਣੇ ਕੈਨੇਡਾ ਦੇ ਵਿੱਚ 10 ਜਿੱਦਾਂ ਕਹਿ ਸਕਦੇ ਹਾਂ ਸੂਬੇ ਹੈਗੇ ਆ, ਬਾਕੀ ਟੈਰੀਟਰੀਜ਼ ਹੈਗੀਆਂ 3, ਅਤੇ ਸੋ ਜਿਹੜਾ ਅਲਬਰਟਾ ਜਿਹੜਾ ਸੂਬਾ ਬਣਿਆ ਜੀ, ਇਹ 1905 'ਚ ਬਣਿਆ। ਜਿੱਥੇ ਆਪਾਂ ਥੋੜ੍ਹਾ ਜਿਹਾ ਮੈਂ ਪਿੱਛੇ ਜਾਣਾ ਚਾਹੁੰਦਾ, ਜਿੱਥੇ ਅਸੀਂ ਬੈਠੇ ਹਾਂ ਅੱਜ ਜਿਹੜੀ ਧਰਤੀ ਦੀ ਲਾਈਫ ਆ ਉਹ ਆਪਾਂ 5.2 ਬਿਲੀਅਨ ਸਾਲ ਕਹਿ ਦਿੰਦੇ ਹਾਂ। ਸੋ ਜਿਹੜੇ ਜਿੱਥੇ ਅਸੀਂ ਬੈਠੇ ਹਾਂ, ਕਿਹਾ ਜਾਂਦਾ ਕਿ 1.7 ਬਿਲੀਅਨ ਸਾਲ ਪਹਿਲਾਂ ਇੱਥੇ ਸਮੁੰਦਰ ਹੁੰਦਾ ਸੀ, ਅਤੇ ਜਿਹੜਾ ਅਲਬਰਟਾ ਹੁੰਦਾ ਸੀ ਇਹ ਸਮੁੰਦਰ ਦੇ ਕਿਨਾਰੇ 'ਤੇ ਹੁੰਦਾ ਸੀ। ਅਤੇ ਸੋ ਦੇਖਣ ਵਾਲਿਆਂ ਨੂੰ ਮੈਂ ਦੱਸਦਾ ਕਿ ਇਹ BC ਜਿਹੜਾ ਸਾਡੇ ਕੈਨੇਡਾ ਨਾਲ ਆ ਕੇ 70 ਮਿਲੀਅਨ ਸਾਲ ਪਹਿਲਾਂ ਲੱਗਿਆ, ਅਤੇ ਉਦੋਂ ਹੀ ਰੌਕੀ ਮਾਊਂਟੇਨ ਬਣੇ ਨੇ। ਪਹਿਲਾਂ ਦਰਿਆ ਸਾਰੇ ਅਲਬਰਟਾ ਤੋਂ ਜਾਂਦੇ ਹੁੰਦੇ ਸੀ ਸਮੁੰਦਰ ਵੱਲ ਨੂੰ, ਪਰ ਜਦੋਂ BC ਆ ਕੇ ਨਾਲ ਲੱਗਿਆ, ਰੌਕੀ ਮਾਊਂਟੇਨ ਆਏ ਅਤੇ ਦਰਿਆ ਇੱਧਰ ਨੂੰ ਹੋਣੇ। ਸੋ ਇਹ ਪਹਿਲਾਂ ਇਸ ਏਰੀਏ ਨੂੰ ਜੀ ਕਹਿੰਦੇ ਹੁੰਦੇ ਸੀਗੇ ਰੂਪਰਟਸ ਲੈਂਡ, ਅਤੇ ਕੈਨੇਡਾ ਨੇ ਇਹਨੂੰ 1869 ਦੇ ਵਿੱਚ 1870 ਦੇ ਵਿੱਚ ਬਾਏ ਕਰ ਲਿਆ। ਹਡਸਨ ਬੇ ਕੰਪਨੀ ਕੋਲ ਇਹ ਸਾਰਾ ਹੁੰਦਾ ਸੀ। ਇਹਨੂੰ ਬਾਏ ਕਰ ਲਿਆ ਗਿਆ ਸੀਗਾ 1.5 ਮਿਲੀਅਨ ਲਈ, ਅਤੇ ਬਾਕੀ ਉਸ ਤੋਂ ਬਾਅਦ 1875 ਦੇ ਵਿੱਚ ਇਹਨੂੰ ਨਾਰਥ ਵੈਸਟ ਟੈਰੀਟਰੀਜ਼ ਬਣਾ ਦਿੱਤਾ ਗਿਆ। ਅਤੇ ਇਹਦੇ ਵਿੱਚੋਂ ਫਿਰ ਉਦੋਂ ਬਾਅਦ 4 ਡਿਸਟ੍ਰਿਕਟ ਬਣਾਏ ਗਏ ਜੀ, ਜਿਹਦੇ ਵਿੱਚ ਸਸਕੈਚੁਅਨ, ਅਥਬਾਸਕਾ, ਅਲਬਰਟਾ ਅਤੇ ਐਸੀਨੋਬੀਆ। ਅਤੇ ਹੌਲੀ ਕਰਦੇ ਜਿਉਂ ਇੱਥੇ ਲੋਕ ਆਉਣੇ ਸ਼ੁਰੂ ਹੋਏ, ਇਹਨਾਂ ਨੇ ਸੂਬੇ ਦੀ ਮੰਗ ਕੀਤੀ, ਤਾਂ 1905 ਸਤੰਬਰ 1 ਨੂੰ ਇਹ ਸੂਬਾ ਅਲਬਰਟਾ ਹੋਂਦ ਦੇ ਵਿੱਚ ਆਇਆ, ਅਤੇ ਨਾਲ ਹੀ ਸਸਕੈਚੁਅਨ ਬਣਿਆ ਉਦੋਂ। ਅਤੇ ਇਸ ਸੂਬੇ ਦਾ ਨਾਂ ਅਲਬਰਟਾ ਇਸ ਕਰਕੇ ਰੱਖਿਆ ਗਿਆ ਕਿਉਂਕਿ ਸਾਡੇ ਗਵਰਨਰ ਜਨਰਲ ਹੁੰਦੇ ਸੀ ਮਾਰਕੀ ਲੋਨ, ਉਹਨਾਂ ਦੀ ਧਰਮ ਪਤਨੀ ਸੀਗੀ ਲੂਈ ਅਲਬਰਟਾ, ਅਤੇ ਉਹਨਾਂ ਬੜਾ ਪਿਆਰ ਸੀਗਾ, ਅਤੇ ਉਹਨਾਂ ਨੇ ਉਹਦੇ ਪਿਆਰ ਦੇ ਵਿੱਚ ਇਹਨੂੰ ਅਲਬਰਟਾ ਨਾਮ ਦਿੱਤਾ। ਅਤੇ ਦੂਸਰੀ ਗੱਲ ਹੈ, ਕੁਈਨ ਵਿਕਟੋਰੀਆ ਦੀ ਉਹ ਬੇਟੀ ਸੀ, ਅਤੇ ਇਹ ਵੀ ਗੱਲ ਸੀ ਜਿੱਦਾਂ ਲੇਕ ਲੂਈਸ ਵੀ ਉਹਨਾਂ ਦੇ ਨਾਂ 'ਤੇ ਆ। ਸੋ ਇਸ ਤਰ੍ਹਾਂ ਅਲਬਰਟਾ ਹੌਲੀ ਹੋਂਦ ਦੇ ਵਿੱਚ ਆਇਆ। ਯਾਨੀ ਕਿ ਆਪਣੀ ਪਤਨੀ ਨੂੰ ਪਿਆਰ ਕਰਨ ਵਾਲਾ ਤਾਜ ਮਹਿਲ ਵੀ ਬਣਾ ਸਕਦਾ, ਅਤੇ ਆਪਣੀ ਪਤਨੀ ਨੂੰ ਪਿਆਰ ਕਰਨ ਵਾਲਾ ਪੂਰਾ ਸੂਬਾ ਵੀ ਵਸਾ ਸਕਦਾ ਹੈ। ਇਹ ਅਲਬਰਟਾ ਉਹਦੀ ਇੱਕ ਜਿਉਂਦੀ ਜਾਗਦੀ ਮਿਸਾਲ ਸਾਡੇ ਸਾਹਮਣੇ ਆ। ਹੁਣ ਜਦੋਂ ਅਲਬਰਟਾ ਤੁਸੀਂ ਆਖਿਆ ਕਿ ਜਿਹਨਾਂ 1.5 ਮਿਲੀਅਨ ਆਖਿਆ, 15 ਲੱਖ ਜੇ ਕਹਿ ਲਈਏ, $15 ਲੱਖ ਦੇ ਕਰੀਬ, ਉਹਨੇ ਵਿੱਚ ਪੂਰਾ ਸੂਬਾ ਖਰੀਦਿਆ ਗਿਆ। ਇਸ ਸੂਬੇ ਦਾ ਪੂਰਾ ਖੇਤਰਫਲ ਕਿੰਨਾ ਕੁ ਹੋਊਗਾ, ਉਹਦੇ ਬਾਰੇ ਪਤਾ? ਦੇਖੋ ਜੀ, ਇਹਦਾ ਪੂਰਾ ਖੇਤਰਫਲ 2,55,000 ਸਕੁਅਰ ਕਿਲੋਮੀਟਰ ਹੈਗਾ ਵਾ। ਅਤੇ ਜਿੱਦਾਂ ਤੁਸੀਂ ਕਿਹਾ ਵੀ ਪੂਰਾ ਸੂਬਾ ਨਹੀਂ ਖਰੀਦਿਆ ਗਿਆ ਸੀਗਾ ਅਵਨੀਤ ਜੀ, ਬਹੁਤ ਜ਼ਿਆਦਾ ਏਰੀਆ ਸੀ। ਜਿਹੜਾ ਹਡਸਨ ਬੇ ਕੋਲ ਕੰਪਨੀ ਕੋਲ ਏਰੀਆ ਸੀਗਾ ਰੂਪਰਟਸ ਲੈਂਡ, ਇਹ ਸ਼ੁਰੂ ਹੋ ਜਾਂਦਾ ਸੀਗਾ ਨਾਰਥ ਵੈਸਟ ਓਨਟਾਰੀਓ ਤੋਂ। ਓਨਟਾਰੀਓ, ਨਾਰਦਰਨ ਕੁਬੈਕ, ਮੈਨੀਟੋਬਾ, ਫਿਰ ਸਸਕੈਚੁਅਨ, ਫਿਰ ਅਲਬਰਟਾ। 4 ਮਿਲੀਅਨ ਜਿਹਨੂੰ ਕਹਿ ਸਕਦੇ ਹਾਂ ਸਕੁਅਰ ਮਾਈਲ ਏਰੀਆ ਸੀਗਾ, ਜਿਹਨੂੰ 1.5 ਮਿਲੀਅਨ ਦੇ ਵਿੱਚ ਖਰੀਦਿਆ ਸੀਗਾ ਬ੍ਰਿਟਿਸ਼ ਨੇ ਹਡਸਨ ਬੇ ਕੰਪਨੀ ਕੋਲੋਂ, ਅਤੇ ਬਾਅਦ 'ਚ ਟਰਾਂਸਫਰ ਕਰਦਾ ਸੀਗਾ ਕੈਨੇਡਾ ਨੂੰ। ਇਹ ਜਿਹੜਾ ਹਡਸਨ ਬੇ ਕੰਪਨੀ ਕੋਲ ਸੀਗਾ ਏਰੀਆ, ਉਹਨਾਂ ਕੋਲ ਕਿਵੇਂ ਸੀ ਏਰੀਆ? ਮਤਲਬ ਕਿਸ ਤਰ੍ਹਾਂ ਏਰੀਆ ਅੱਗੇ ਵੇਚਿਆ ਜਾਂਦਾ ਸੀ ਕੰਪਨੀਆਂ ਨੂੰ? ਕੌਣ ਵੇਚਦਾ ਸੀ? ਕਿਹਦੇ ਕੋਲ ਅਧਿਕਾਰ ਸੀ ਪਹਿਲਾਂ ਕਿ ਹਡਸਨ ਬੇ ਕੋਲ ਚਲੇ ਗਿਆ ਅਤੇ ਫਿਰ ਬਾਅਦ 'ਚ ਇਹਨੂੰ ਖਰੀਦ ਲਿਆ ਗਿਆ? ਹਾਂਜੀ, ਵੈਰੀ ਗੁੱਡ ਕੁਐਸਚਨ। ਜਿਹੜਾ ਨਾ ਹਡਸਨ ਬੇ, ਇੱਕ ਬੰਦਾ ਆਇਆ ਸੀਗਾ, ਉਹਦਾ ਲਾਸਟ ਨੇਮ ਹਡਸਨ ਸੀ, 1611 'ਚ। ਉਹਦੇ ਨਾਂ 'ਤੇ ਉਹ ਬੇ ਜਿਹੜੀ ਅਸੀਂ ਦੇਖੀਏ ਮੈਨੀਟੋਬਾ 'ਚ ਉਹ ਬਣੀ ਹੋਈ ਆ। ਅਤੇ ਪਹਿਲਾਂ ਇੱਥੇ ਜਿਹੜਾ ਅਵਨੀਤ ਜੀ, ਇੱਥੇ ਪਹਿਲਾਂ ਜਿਹੜੇ ਲੋਕ ਰਹਿੰਦੇ ਸੀ ਉਹ ਮੂਲ ਨਿਵਾਸੀ ਇੰਡੀਜਨਸ ਲੋਕ ਸੀਗੇ, ਜਿਨ੍ਹਾਂ ਦਾ ਕੋਈ ਕੰਟੈਕਟ ਨਹੀਂ ਸੀਗਾ ਬਾਹਰਲੇ ਲੋਕਾਂ ਦੇ ਨਾਲ।
ਤੇ ਇਹਨੂੰ ਜਦੋਂ ਬ੍ਰਿਟਿਸ਼ ਸਰਕਾਰ ਨੇ ਜਿਹੜੀ ਉਦੋਂ ਨਾਰਥ ਅਮਰੀਕਾ ਦੇ ਵਿੱਚ ਬ੍ਰਿਟਿਸ਼ ਤੇ ਫ੍ਰੈਂਚ ਦੇ ਵਿੱਚ ਆਪਸ 'ਚ ਲੜਾਈ ਹੋਈ ਸੀਗੀ 7 ਈਅਰ ਵਾਰ, ਉਦੋਂ ਬਾਅਦ ਇਹ ਸਾਰਾ ਏਰੀਆ ਬ੍ਰਿਟਿਸ਼ ਦੇ ਥੱਲੇ ਆ ਗਿਆ ਸੀਗਾ। ਤੇ ਉਸ ਤੋਂ ਬਾਅਦ ਜਿਹੜੀ ਹਡਸਨ ਬੇ ਕੰਪਨੀ ਬਣਾਈ ਗਈ ਕਿ ਜਿੱਦਾਂ ਆਪਾਂ ਈਸਟ ਇੰਡੀਆ ਕੰਪਨੀ ਇੰਡੀਆ ਦੇ ਵਿੱਚ ਬਣਾਈ ਗਈ ਸੀਗੀ ਟ੍ਰੇਡ ਕਰਨ ਲਈ, ਹਡਸਨ ਬੇ ਕੰਪਨੀ ਫਰ ਬੜੀ ਡਿਮਾਂਡ 'ਚ ਹੁੰਦੀ ਸੀ। ਤੇ ਹਡਸਨ ਬੇ ਕੰਪਨੀ ਇੱਥੇ ਜਦੋਂ ਸ਼ੁਰੂ ਕੀਤਾ ਹਡਸਨ ਬੇ ਕੰਪਨੀ ਨੇ ਉਹ ਫਰ ਟ੍ਰੇਡਿੰਗ ਸ਼ੁਰੂ ਕੀਤੀ। ਉਹ ਹਡਸਨ ਬੇ ਦੇ ਵਿੱਚ ਆਉਂਦੇ ਸੀ, ਉੱਥੋਂ ਦਰਿਆਵਾਂ ਦੇ ਵਿੱਚ ਇੱਥੇ ਲੋਕਾਂ ਨਾਲ ਟ੍ਰੇਡ ਕਰਨ ਆਉਂਦੇ, ਵਪਾਰ ਕਰਨ ਆਉਂਦੇ ਹੁੰਦੇ ਸੀਗੇ। ਤੇ ਉਸ ਤੋਂ ਬਾਅਦ ਜਿਹੜੀ ਬ੍ਰਿਟਿਸ਼ ਜਿਹੜਾ ਕਿੰਗ ਸੀਗਾ, ਕਿੰਗ ਜੋਰਜ, ਉਹਨੇ ਆਪਦੇ ਜਿਹੜਾ ਉਹਦਾ ਨੈਫਿਊ ਸੀਗਾ, ਉਹਦਾ ਨਾਂ ਸੀਗਾ ਰੂਪਰਟ, ਪ੍ਰਿੰਸ ਰੂਪਰਟ, ਉਹਨੂੰ ਐਜ਼ ਅ ਪ੍ਰੈਜ਼ੈਂਟ ਇਹ ਸਾਰਾ ਏਰੀਆ ਦੇ ਦਿੱਤਾ ਸੀਗਾ ਜਿਹੜਾ ਹਡਸਨ ਬੇ ਕੰਪਨੀ ਦੇ ਥੱਲੇ ਆ ਗਿਆ ਸੀਗਾ। ਤੇ ਇਹ ਜਿੱਦਾਂ ਮੈਂ ਕਿਹਾ ਕਿ 1869 1870 ਤੱਕ ਰਿਹਾ ਤੇ ਉਸ ਤੋਂ ਬਾਅਦ ਕੈਨੇਡਾ ਨੇ ਇਹਨੂੰ ਓਫੀਸ਼ੀਅਲੀ ਬਾਈ ਕਰ ਲਿਆ। ਤੇ ਇੰਟਰਸਟਿੰਗ ਗੱਲ ਇਹ ਹੈਗੀ ਹੈ, ਜਿੱਦਾਂ ਮੈਂ ਕਿਹਾ ਕਿ ਜਿਹੜੇ ਸਾਡੇ ਮੂਲ ਨਿਵਾਸੀ ਲੋਕ ਨੇ, ਇੰਡੀਜਨਸ ਲੋਕ ਨੇ, ਉਹ ਇਹ ਅਲਬਰਟਾ ਦੇ ਵਿੱਚ ਪਿਛਲੇ ਇਹ ਮੰਨਿਆ ਜਾ ਰਿਹਾ ਕਿ 11,000 ਸਾਲਾਂ ਤੋਂ ਰਹਿ ਰਹੇ ਸੀਗੇ। ਕਿ ਕਿਉਂਕਿ ਉਹ ਪਹਿਲਾਂ ਇੱਥੇ ਆਏ ਜਦੋਂ ਆਈਸ ਏਜ ਹੋਈ ਸੀਗੀ, ਜਿਹੜੀ ਲਾਸਟ ਆਈਸ ਏਜ ਹੋਈ ਹੈ ਮੰਨਿਆ ਜਾਂਦਾ 11-12,000 ਸਾਲ ਪਹਿਲਾਂ ਹੋਈ ਸੀ। ਉਦੋਂ ਇੱਥੇ ਤੁਰ ਕੇ ਆਏ ਸੀਗੇ, ਜਿਹੜਾ ਬ੍ਰਿਜ ਬਣਿਆ ਸੀਗਾ ਨਾਰਥ ਅਮਰੀਕਾ, ਅਲਾਸਕਾ ਤੇ ਰਸ਼ੀਆ ਦੇ ਵਿੱਚ, ਉਹਦੇ ਉੱਤੋਂ ਸੈਂਟਰਲ ਏਸ਼ੀਆ 'ਚ ਉਹ ਤੁਰ ਕੇ ਆਏ ਸੀਗੇ। ਹੁਣ ਜਿਹੜੇ ਮੂਲ ਨਿਵਾਸੀ ਸੀ, ਅਸੀਂ ਪਹਿਲਾਂ ਮੂਲ ਨਿਵਾਸੀਆਂ ਦੇ ਉੱਪਰ ਗੱਲ ਕਰਦੇ ਹਾਂ। ਜਿਸ ਵਕਤ ਉਹ ਇੱਥੇ ਰਹਿੰਦੇ ਸੀ, ਜਦੋਂ ਉਹਨਾਂ ਦੇ ਨਾਲ ਸਾਰਾ ਕੁਝ ਡੀਲ ਹੁੰਦੀ, ਮੂਲ ਨਿਵਾਸੀਆਂ ਦੀ ਜ਼ਿੰਦਗੀ ਦਾ ਆਧਾਰ ਉਦੋਂ ਕੀ ਸੀ, ਉਹਨਾਂ ਦੇ ਕੰਮਕਾਰ ਕੀ ਸੀ, ਤੇ ਫਿਰ ਬਾਅਦ 'ਚ ਬਦਲਾਅ ਕਿਸ ਤਰ੍ਹਾਂ ਦੇ ਆਏ ਇੱਥੇ? ਹਾਂਜੀ, ਅਗੇਨ ਗੁੱਡ ਕੁਐਸਚਨ। ਜਿਹੜੇ ਮੂਲ ਨਿਵਾਸੀ ਰਹਿੰਦੇ ਸੀਗੇ ਜੀ ਇੱਧਰ ਅਵਨੀਤ ਜੀ, ਉਹ ਪਹਿਲਾਂ ਆਪਣੇ ਜਿੱਦਾਂ ਆਪਾਂ ਕਬੀਲਿਆਂ 'ਚ ਰਹਿੰਦੇ ਹੁੰਦੇ ਸੀ, ਜਿੱਦਾਂ ਟਰਾਈਬਸ 'ਚ ਰਹਿੰਦੇ ਹੁੰਦੇ ਸੀਗੇ। ਜਿੱਦਾਂ ਅਲਬਰਟਾ ਹੀ ਲੈ ਲਈਏ, ਅਲਬਰਟਾ ਦੇ ਵਿੱਚ ਮੰਨਿਆ ਜਾਂਦਾ ਕਿ 10 ਤਰ੍ਹਾਂ ਦੇ ਕਬੀਲੇ ਸੀਗੇ ਜਿਹੜੇ 4 ਤਰ੍ਹਾਂ ਦੀ ਅਲੱਗ-ਅਲੱਗ ਜ਼ਬਾਨ ਬੋਲਦੇ ਸੀਗੇ। ਅਸੀਂ ਕਈ ਵਾਰ ਸੋਚ ਲਈਦਾ ਕਿ ਜਿਹੜੇ ਫਰਸਟ ਨੇਸ਼ਨ ਇੰਡੀਜਨਸ ਜਾਂ ਮੂਲ ਨਿਵਾਸੀ ਕੈਨੇਡਾ ਦੇ, ਉਹਨਾਂ ਦੀ ਜ਼ਬਾਨ ਇੱਕੋ ਨਹੀਂ, ਉਹ 100 ਜ਼ਬਾਨਾਂ ਅਲੱਗ-ਅਲੱਗ ਬੋਲਦੇ ਨੇ। ਤੇ ਉਹ ਇੱਥੇ ਉਹਨਾਂ ਦਾ ਬੇਸਿਕਲੀ ਜਿਹੜੀ ਹੁੰਦੀ ਸੀਗੀ, ਇੱਥੇ ਜਿਹੜੀ ਬਫਲੋ ਸੀਗੀ, ਬਫਲੋ ਬਹੁਤ ਘੁੰਮਦੀ ਹੁੰਦੀ ਸੀਗੀ, ਮਿਲੀਅਨਸ ਦੇ ਵਿੱਚ ਬਫਲੋ ਹੁੰਦੀ ਸੀਗੀ। ਬਫਲੋ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਉਹਦਾ ਸ਼ਿਕਾਰ ਕਰਕੇ ਉਹ ਖਾਂਦੇ ਹੁੰਦੇ ਸੀ, ਫਿਰ ਉਹ ਫਿਸ਼ ਖਾਂਦੇ ਹੁੰਦੇ ਸੀ, ਫਿਰ ਉਹ ਹੋਰ ਜਿਹੜੀ ਵਾਈਲਡ ਗੇਮ ਆ ਜਿਹਦੇ ਵਿੱਚ ਡੀਅਰ ਆ ਗਿਆ, ਹੋਰ ਚੀਜ਼ਾਂ, ਇਹਨਾਂ ਤੇ ਉਹਨਾਂ ਦਾ ਗੁਜ਼ਾਰਾ ਹੁੰਦਾ ਸੀਗਾ। ਫਿਰ ਉਹ ਬੀਵਰ ਦੀ ਜਿਹੜੀ ਫਰ ਆ ਜਾਂ ਬੀਵਰ ਦੀ ਸਕਿਨ ਆ, ਉਹਨੂੰ ਉਹ ਯੂਜ਼ ਕਰਦੇ ਹੁੰਦੇ ਸੀ ਆਪਣੇ ਕੱਪੜੇ ਬਣਾਉਣ ਦੇ ਲਈ, ਤਾਂ ਜੋ ਉਹ ਗਰਮੀਆਂ ਠੰਡ ਤੋਂ ਬਚ ਸਕਣ। ਸੋ ਇੱਦਾਂ ਦੀਆਂ ਚੀਜ਼ਾਂ ਨਾਲ ਉਹਨਾਂ ਦਾ ਗੁਜ਼ਾਰਾ ਹੁੰਦਾ ਸੀਗਾ। ਉਸ ਤੋਂ ਬਾਅਦ ਜਦੋਂ ਫਰ ਟ੍ਰੇਡ ਸ਼ੁਰੂ ਹੋਇਆ ਤੇ ਉਦੋਂ ਉਹਨਾਂ ਨੂੰ ਪਹਿਲੀ ਵਾਰ ਐਕਸਪੋਜ਼ਰ ਮਿਲਿਆ ਜਿਹੜੀ ਵੈਸਟਰਨ ਕਨਸੈਪਟ ਸੀ, ਵੀ ਜਿੱਦਾਂ ਵੀ ਵੈਸਟਰਨ ਸੂਈ ਧਾਗਾ ਉਹਨਾਂ ਨੇ ਪਹਿਲੀ ਵਾਰ ਦੇਖਿਆ। ਜਿਹੜਾ ਫਰਸਟ ਯੂਰਪੀਅਨ ਜਾਂ ਕੇਜਨ ਮੈਨ ਮੰਨਿਆ ਜਾਂਦਾ ਜਿਹਨੇ ਕੈਨੇਡਾ ਦੇ ਵਿੱਚ ਅਲਬਰਟਾ ਜਿਹਨੂੰ ਅਸੀਂ ਕਹਿੰਦੇ ਉਹਦੇ ਵਿੱਚ ਪੈਰ ਰੱਖਿਆ, ਉਹਨੇ 1754 1754 ਦੇ ਵਿੱਚ ਸਤੰਬਰ ਦੇ ਵਿੱਚ ਉਹ ਅਲਬਰਟਾ 'ਚ ਆਇਆ। ਉਹਦਾ ਨਾਂ ਸੀ ਐਂਥਨੀ ਹੰਡੇ। ਦੇਖਣ ਵਾਲਿਆਂ ਨੂੰ ਮੈਂ ਦੱਸਦਾ, ਜਿਹੜੇ ਐਡਮਿੰਟਨ 'ਚ ਰਹਿੰਦੇ ਨੇ, ਐਂਥਨੀ ਹੰਡੇ ਜਿਹੜੀ ਸੜਕ ਆ ਉਹਦੇ ਨਾਂ 'ਤੇ ਬਣਾਈ ਗਈ ਆ। ਤੇ ਉਹ ਇਸੇ ਕਰਕੇ ਆਇਆ ਸੀ ਕਿਉਂਕਿ ਉਹਨੂੰ ਹਡਸਨ ਬੇ ਕੰਪਨੀ ਨੇ ਕਿਹਾ ਵੀ ਤੂੰ ਜਾ ਕੇ ਦੇਖ ਵੀ ਜਿਹੜੇ ਇਹ ਮੂਲ ਨਿਵਾਸੀ ਰਹਿੰਦੇ ਆ, ਕੀ ਅਸੀਂ ਇਹਨਾਂ ਨਾਲ ਫਰ ਟ੍ਰੇਡ ਕਰ ਸਕਦੇ ਹਾਂ। ਸੋ ਫਰ ਟ੍ਰੇਡਿੰਗ ਹੋਣੀ ਸ਼ੁਰੂ ਹੋਈ। ਇਹ ਮੂਲ ਨਿਵਾਸੀ ਫਰ ਦਿੰਦੇ ਸੀ, ਉਹ ਮੂਲ ਨਿਵਾਸੀਆਂ ਨੂੰ ਹੋਰ ਚੀਜ਼ਾਂ ਦਿੰਦੇ ਸੀਗੇ, ਜਿੱਦਾਂ ਗਨ ਹੋ ਗਈ, ਸੂਈ ਹੋ ਗਈ, ਕਿ ਸ਼ਰਾਬ ਹੋ ਗਈ। ਸੋ ਜਿਹੜੇ ਘੋੜੇ ਪਹਿਲੀ ਮੂਲ ਨਿਵਾਸੀਆਂ ਨੂੰ ਪਹਿਲੀ ਵਾਰ ਘੋੜੇ 1730 'ਚ ਮਿਲੇ ਸੀ ਅਲਬਰਟਾ ਦੇ ਵਿੱਚ। ਤੇ ਇਸ ਤਰ੍ਹਾਂ ਇਹ ਵਪਾਰ ਸ਼ੁਰੂ ਹੋਇਆ ਹੌਲੀ ਹੌਲੀ। ਇਸ ਕਰਕੇ ਜਿਉਂ-ਜਿਉਂ ਵਪਾਰ ਸ਼ੁਰੂ ਹੋਇਆ ਤਿਉਂ-ਤਿਉਂ ਹੋਰ ਕੰਪਨੀਆਂ, ਨਾਰਥ ਵੈਸਟ ਕੰਪਨੀ ਕੋ ਫ੍ਰੈਂਚ ਜਿਹੜੇ ਸੈਟਲਰ ਸੀ ਉਹਨਾਂ ਨੇ ਬਣਾਈ, ਉਹਨੇ ਵੀ ਆ ਕੇ ਮੂਲ ਨਿਵਾਸੀਆਂ ਨਾਲ ਵਪਾਰ ਸ਼ੁਰੂ ਕੀਤਾ। ਤੇ ਹੋਣਾ ਕੀ ਸ਼ੁਰੂ ਹੋਇਆ, ਜਿਉਂ-ਜਿਉਂ ਜਿਹੜੇ ਵੈਸਟਰਨ ਈਸਟ ਤੋਂ ਆਉਂਦੇ ਰਹੇ ਮੂਲ ਨਿਵਾਸੀਆਂ ਨੂੰ ਪਿੱਛੇ ਧੱਕਦੇ ਰਹੇ। ਤੇ ਹੌਲੀ ਹੌਲੀ ਮੂਲ ਨਿਵਾਸੀਆਂ ਜਦੋਂ ਕੈਨੇਡਾ ਬਣਿਆ 1861 ਦੇ ਵਿੱਚ, ਕੈਨੇਡਾ ਨੂੰ ਲੋੜ ਪਈ ਹੋਰ ਜ਼ਮੀਨ ਦੀ, ਤਾਂ ਉਹਨਾਂ ਨੇ ਮੂਲ ਨਿਵਾਸੀਆਂ ਦੇ ਨਾਲ ਟਰੀਟੀਆਂ ਕੀਤੀਆਂ। ਸਾਡੇ ਅਲਬਰਟਾ ਦੇ ਵਿੱਚ 3 ਟਰੀਟੀਆਂ ਨੇ, 6, 7, 8। ਤੇ ਜਿਹੜੀ ਟਰੀਟੀ 7 ਹੋਈ ਆ ਜੀ ਉਹ 1876 1876 'ਚ ਹੋਈ ਸੀਗੀ, ਜਿਹੜੀ ਕਿ ਜੇ ਅਸੀਂ ਦੇਖੀਏ ਸਾਡੇ ਨਾਰਥ ਦੇ ਵਿੱਚ ਜਿਹੜੇ ਸਾਡੇ ਕਰੀ ਲੋਕ ਰਹਿੰਦੇ ਨੇ ਜਾਂ ਚਿਪਵਨ ਲੋਕ ਰਹਿੰਦੇ ਨੇ, ਬੀਵਰ ਲੋਕ, ਉਹਨਾਂ ਨਾਲ ਹੋਈ। ਫਿਰ 1877 ਦੇ ਵਿੱਚ ਟਰੀਟੀ 7 ਹੋਈ, ਜਿੱਥੇ ਅਸੀਂ ਅੱਜ ਬੈਠੇ ਹਾਂ ਕੈਲਗਰੀ ਦੇ ਵਿੱਚ। ਇਹ ਟਰੀਟੀ 7 ਲੈਂਡ ਆ ਜਿਹੜੀ ਬਲੈਕਫੁੱਟ ਤੇ ਬਲੱਡ, ਪੇਗਨ ਤੇ ਸੁਟੀਨਾ, ਇਹਨਾਂ ਲੋਕਾਂ ਦੇ ਨਾਲ ਹੋਈ। ਬਲੈਕਫੁੱਟ ਨੂੰ ਜਿਹੜਾ ਦਿੱਤਾ ਗਿਆ ਪੂਰਾ ਰਿਜ਼ਰਵ ਸੀਗਾ ਜੀ, ਆਲਮੋਸਟ ਉਹ ਬਲੱਡ ਨੇਸ਼ਨ ਨੂੰ 3.5 ਲੱਖ ਏਕੜ ਦਿੱਤੀ ਗਈ। ਇਸੇ ਤਰ੍ਹਾਂ ਜਿਹੜੇ ਬਲੈਕਫੁੱਟ ਸੀ ਉਹਨਾਂ ਨੂੰ ਦਿੱਤੀ ਗਈ। ਫਿਰ ਹੋਈ ਟਰੀਟੀ 8, ਤੇ ਟਰੀਟੀ 8 1899 'ਚ ਹੋਈ, ਜਿਹੜੀ ਕਿ ਉੱਤੇ ਅਸੀਂ ਕਹਿ ਸਕਦੇ ਹੈਗੇ ਹਾਂ ਕਿ ਰੈੱਡ ਡੀਅਰ ਐਡਮਿੰਟਨ ਏਰੀਏ ਦੇ ਵਿੱਚ। ਤੇ ਉਸ ਤਰੀਕੇ ਦੇ ਨਾਲ ਕੈਨੇਡਾ ਦੀ ਸਰਕਾਰ ਨੇ ਸਾਡੇ ਮੂਲ ਨਿਵਾਸੀਆਂ ਤੋਂ ਜਿਹੜੀ ਜ਼ਮੀਨ ਸੀਗੀ ਉਹਨੂੰ ਇੱਕ ਤਰ੍ਹਾਂ ਨਾਲ ਲਿਆ।
ਹੁਣ ਜਦੋਂ ਮੂਲ ਨਿਵਾਸੀਆਂ ਕੋਲੋਂ ਜ਼ਮੀਨ ਨੂੰ ਲੈ ਲਿਆ ਗਿਆ, ਉਹਨਾਂ ਨੂੰ ਜਿਵੇਂ ਤੁਸੀਂ ਦੱਸਿਆ ਕਿ ਇੱਕ ਕੋਈ ਖਾਸ ਖੇਤਰਾਂ ਦੇ ਵਿੱਚ ਸੀਮਤ ਕਰ ਦਿੱਤਾ ਗਿਆ। ਜਦੋਂ ਅਸੀਂ ਮੂਲ ਨਿਵਾਸੀਆਂ ਦੀਆਂ ਵੱਖ-ਵੱਖ ਕਮਿਊਨਿਟੀਆਂ ਦੀ ਗੱਲ ਕਰਦੇ ਹਾਂ, ਇੱਕ ਅੰਦਾਜ਼ੇ ਮੁਤਾਬਕ ਕਿੰਨੀਆਂ ਕਮਿਊਨਿਟੀਜ਼ ਇਸ ਵਕਤ ਮੂਲ ਵਾਸੀਆਂ ਦੀਆਂ ਪੂਰੇ ਸੂਬੇ ਦੇ ਵਿੱਚ ਵੱਸਦੀਆਂ ਨੇ? ਦੇਖੋ ਜੀ ਬਹੁਤ ਕਮਿਊਨਿਟੀਜ਼ ਵਸਦੀਆਂ ਨੇ। ਜਿੱਦਾਂ ਮੈਂ ਕਿਹਾ ਕਿ ਇਸ ਵਕਤ ਅੰਦਾਜ਼ਾ ਇਹ ਲਾਇਆ ਜਾ ਰਿਹਾ ਕਿ 11-12 ਡਿਫਰੈਂਟ ਟਰਾਈਬਸ ਨੇ ਜਿਹੜੀਆਂ 4-5 ਲੱਖ ਜ਼ਬਾਨਾਂ ਬੋਲਦੀਆਂ ਨੇ। ਪਰ ਜਿਹੜਾ ਰਿਜ਼ਰਵ ਲੈਂਡ ਆ ਇਸ ਵਕਤ ਅਲਬਰਟਾ ਦੀ ਜਿਹੜੀ ਟੋਟਲ ਲੈਂਡ ਆ ਰਿਜ਼ਰਵ ਸਿਰਫ ਉਹਦਾ 1% ਆ। ਪਰ ਜਿਹੜੀਆਂ ਕਮਿਊਨਿਟੀਜ਼ ਨੇ ਬਹੁਤ ਨੇ। ਜੇ ਅਸੀਂ ਨਾਰਥ ਨੂੰ ਚਲੇ ਜਾਈਏ, ਜਿੱਦਾਂ ਮੈਂ ਕਿਹਾ, ਜੇ ਅਸੀਂ ਆਪਣੇ ਐਡਮਿੰਟਨ ਤੋਂ ਉੱਤੇ ਬੈਸਕਾਲ ਨੂੰ ਚਲੇ ਜਾਈਏ, ਲਾਕਲਾ ਬਿਸ਼ਲ ਚਲੇ ਜਾਈਏ, ਉੱਥੇ ਕਰੀ ਲੋਕ ਬਹੁਤ ਵੱਸਦੇ ਨੇ। ਉਦੋਂ ਥੋੜ੍ਹਾ ਜਿਹਾ ਅਸੀਂ ਵੈਸਟ ਨੂੰ ਚਲੇ ਜਾਈਏ ਤਾਂ ਬੀਵਰ ਲੋਕ ਬਹੁਤ ਵੱਸਦੇ ਨੇ। ਫਿਰ ਸੈਂਟਰ ਨੂੰ ਮੂਵ ਕਰਨਾ ਸ਼ੁਰੂ ਕਰ ਦਈਏ, ਮੇਨਲੈਂਡ ਕਰੀ ਨੇ। ਆਪਣੇ ਜੇ ਕੈਲਗਰੀ ਨੂੰ ਦੇਖ ਲਈਏ, ਆਪਣੇ ਵੈਸਟ 'ਚ ਹੀ ਜਿੱਦਾਂ ਸੁਟੀਨਾ ਨੇਸ਼ਨ ਆ। ਫਿਰ ਅਸੀਂ ਇੱਧਰ ਨੂੰ ਚਲੇ ਜਾਈਏ, ਸਟ੍ਰੈਥਮੋਰ ਤੋਂ ਗਾਂ ਸਿੱਕਾ ਵਾ, ਅਤੇ ਬਲੈਕ ਫੀਟ ਹੈਗਾ ਵਾ ਇੱਧਰ ਨੂੰ ਲੈਥਬ੍ਰਿਜ ਵੱਲ ਨੂੰ। ਸੋ ਆਲ ਟੂਗੈਦਰ 10-11 ਜਿਹੜੀਆਂ ਡਿਫਰੈਂਟ ਟਰਾਈਬਲ ਗਰੁੱਪਸ ਫਰਸਟ ਨੇਸ਼ਨ ਜਿਹੜੇ ਹੈਗੇ ਨੇ ਉਹ ਇੱਥੇ ਵੱਸਦੇ ਨੇ। ਅੱਛਾ, ਹੁਣ ਕਿਹਾ ਇਹ ਜਾਂਦਾ ਕਿ ਜਦੋਂ ਜਿਹੜੇ ਫਸਟ ਨੇਸ਼ਨ ਦੇ ਲੋਕ ਨੇ ਜਾਂ ਮੂਲ ਵਾਸੀ ਨੇ, ਉਹਨਾਂ ਨੂੰ ਹੌਲੀ-ਹੌਲੀ ਕਰਕੇ ਹਾਸ਼ੀਏ ਉੱਪਰ ਧੱਕ ਦਿੱਤਾ ਗਿਆ। ਉਹ ਨਸ਼ਿਆਂ ਦੇ ਵਿੱਚ ਗਲਤਾਨ ਹੋ ਗਏ, ਮੇਨ ਸਟਰੀਮ ਤੋਂ ਬਿਲਕੁਲ ਬਾਹਰ ਨਿਕਲ ਗਏ। ਅੱਜ ਸਥਿਤੀ ਇਹ ਆ ਕਿ ਉਹਨਾਂ ਲੋਕਾਂ ਨੂੰ ਇਹ ਲੱਗਦਾ ਕਿ ਸਾਡੇ ਨਾਲ ਧੱਕਾ ਹੋਇਆ। ਅੱਜ ਵੀ ਆਪਣੇ ਆਪ ਨੂੰ ਸਮਝਦੇ ਆ, ਕਈ ਵਾਰ ਆਵਾਜ਼ਾਂ ਉੱਠਦੀਆਂ ਨੇ, ਬਾਰ-ਬਾਰ ਉੱਠਦੀਆਂ ਨੇ। ਤੁਸੀਂ ਕੀ ਸਮਝਦੇ ਹੋ ਕਿ ਫਸਟ ਨੇਸ਼ਨਸ ਦੇ ਨਾਲ ਅਸਲ ਵਿੱਚ ਸਹੀ ਹੋਇਆ, ਗਲਤ ਹੋਇਆ, ਜਾਂ ਜੋ ਹੋਇਆ ਉਹਦਾ ਅੱਜ ਨਤੀਜਾ ਕੀ ਹੈ? ਦੇਖੋ ਜੀ, ਜੇ ਅਸੀਂ ਫਰਸਟ ਨੇਸ਼ਨ ਦੀ ਸਾਡੇ ਮੂਲ ਨਿਵਾਸੀਆਂ ਦੀ ਹਿਸਟਰੀ ਪੜ੍ਹੀਏ ਤਾਂ ਉਹ ਬਹੁਤ ਦੁਖਦਾਈ ਹਿਸਟਰੀ ਆ। ਜਿਹੜਾ ਬਸਤੀਵਾਦ ਹੋਇਆ, ਕਲੋਨੀਅਲਿਜ਼ਮ ਹੋਇਆ, ਉਹਦੇ ਵਿੱਚ ਉਹਨਾਂ ਨੂੰ ਬਹੁਤ ਸਟਰਗਲ ਕਰਨਾ ਪਿਆ। ਉਹਨਾਂ ਦਾ ਕਲਚਰ ਉਹਨਾਂ ਤੋਂ ਖਿੱਚ ਲਿਆ ਗਿਆ, ਉਹਨਾਂ ਦੀ ਜ਼ਬਾਨ ਉਹਨਾਂ ਤੋਂ ਲੈ ਲਈ ਗਈ, ਉਹਨਾਂ ਦੀ ਆਇਡੈਂਟੀਟੀ ਉਹਨਾਂ ਤੋਂ ਲੈ ਲਈ ਗਈ। ਇਮੈਜਿਨ ਕਰੋ, ਸਾਡਾ ਘਰ ਆ ਅਤੇ ਸਾਡੇ ਘਰ ਦੇ ਵਿੱਚ ਕੋਈ ਆ ਕੇ ਵੜ ਜਾਂਦਾ ਅਤੇ ਉਹ ਉਹਦੇ 'ਤੇ ਕੰਟਰੋਲ ਕਰ ਲੈਂਦਾ ਅਤੇ ਸਾਨੂੰ ਉਹ ਧੱਕ ਕੇ ਇੱਕ ਤੂੜੀ ਵਾਲੇ ਕਮਰੇ 'ਚ ਵੀ ਇੱਥੇ ਤੁਸੀਂ ਰਹਿਣਾ, ਇਸ ਤੋਂ ਬਾਹਰ ਨਹੀਂ ਆਉਣਾ, ਤਾਂ ਅਸੀਂ ਕਿੱਦਾਂ ਦਾ ਫੀਲ ਕਰਾਂਗੇ। ਇੱਥੋਂ ਤੱਕ ਕਿ ਜਦੋਂ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਹੋਇਆ, ਜਿਹੜਾ 1870 ਤੋਂ ਬਣਨਾ ਸ਼ੁਰੂ ਹੋਇਆ, ਮਤਲਬ ਬਣਨੇ ਜ਼ਿਆਦਾ, ਅਤੇ ਆਖਰੀ ਸਕੂਲ 1996 ਦੇ ਵਿੱਚ ਬੰਦ ਹੋਇਆ। ਉਹਦੇ ਵਿੱਚ ਇੰਨੇ ਰੈਜ਼ੀਡੈਂਸ਼ੀਅਲ ਬੱਚਿਆਂ ਨੂੰ ਫਰਸਟ ਨੇਸ਼ਨ ਬੱਚਿਆਂ ਨੂੰ ਆਪਣੇ ਪੇਰੈਂਟਸ ਤੋਂ ਖਿੱਚ ਲਿਆ ਗਿਆ। ਉਹਨਾਂ ਨੂੰ ਇਹ ਦੱਸਿਆ ਗਿਆ ਕਿ ਤੁਹਾਡੇ ਪੇਰੈਂਟਸ ਨੇ ਜਿਹੜੇ ਉਹ ਸੈਵਿਜਸ ਨੇ, ਜਾਣੀ ਕਿ ਜਾਨਵਰ ਨੇ, ਉਹ ਤੁਹਾਡਾ ਖਿਆਲ ਨਹੀਂ ਰੱਖ ਸਕਦੇ। ਜੇ ਉਹ ਬੱਚੇ ਆਪਦੀ ਜ਼ੁਬਾਨ ਬੋਲਦੇ ਸੀ, ਉਹਨਾਂ ਦੇ ਮੂੰਹ ਦੇ ਵਿੱਚ ਗਲੇ 'ਚ ਸਾਬਣ ਪਾਇਆ ਜਾਂਦਾ ਸੀ, ਧੋਤਾ ਜਾਂਦਾ ਵੀ ਤੇਰੇ ਅੰਦਰ ਸ਼ੈਤਾਨ ਬੋਲ ਰਿਹਾ, ਇਹਨੂੰ ਸਾਫ਼ ਕਰਨਾ। ਜੇ ਤੁਸੀਂ ਦੇਖਿਆ ਹੋਊਗਾ, ਸਾਡੇ ਫਰਸਟ ਨੇਸ਼ਨਸ ਦੇ ਲੰਬੇ ਬਾਲ ਹੁੰਦੇ ਆ, ਉਹ ਗੁੱਤ ਕਰਕੇ ਰੱਖਦੇ ਆ। ਉਹ ਗੁੱਤ ਜ਼ਿਆਦਾਤਰ ਉਹਨਾਂ ਦੀ ਇਮੋਸ਼ਨਲ ਟਾਈ ਹੁੰਦੀ ਆ, ਉਦੋਂ ਹੀ ਕਟਾਉਂਦੇ ਨੇ ਜਦੋਂ ਉਹਨਾਂ ਦਾ ਕੋਈ ਨੇੜਲਾ ਮਰ ਜਾਂਦਾ ਜਾਂ ਮਾਂ ਜਾਂ ਉਹਨਾਂ ਦੇ ਬਾਲ ਕੱਟ ਦਿੱਤੇ ਗਏ। ਅਤੇ ਇੱਥੋਂ ਤੱਕ ਕਿ ਸੈਕਸ਼ੂਅਲ ਅਸੌਲਟ ਹੋਏ। ਸੋ ਇੱਕ ਰੈਜ਼ੀਡੈਂਸ਼ੀਅਲ ਹੌਸਪੀਟਲ ਸੀ, ਜਿਹੜੀਆਂ ਸਾਡੇ ਬਿਮਾਰੀਆਂ ਸੀ ਉਹਨਾਂ ਦੀ, ਜਿਹੜੀ ਜਿੱਦਾਂ ਅਸੀਂ ਕੋਵਿਡ ਦੀ ਵੈਕਸੀਨ ਲੱਭ ਰਹੇ ਹਾਂ, ਉਦੋਂ ਹੁੰਦਾ ਸੀ ਕਿ ਇਹ ਮੂਲ ਨਿਵਾਸੀਆਂ ਦੇ ਉੱਤੇ ਉਹ ਐਕਸਪੈਰੀਮੈਂਟ ਕੀਤਾ ਜਾਂਦਾ ਸੀ। ਸੋ ਇਹਨਾਂ ਦੇ ਨਾਲ, ਜਿੱਦਾਂ ਸਾਡੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਵੀ ਕਿਹਾ ਸੀਗਾ ਵੀ ਇਹ ਸਾਰਾ ਕੁਛ ਸ਼ੇਮ ਆਫ ਕੈਨੇਡਾ ਵਾ। ਤਾਂ ਹੀ ਹੁਣ ਜਿਹੜਾ ਅਸੀਂ ਰੀਕਨਸੀਲੀਏਸ਼ਨ ਨਾਲ ਜਾ ਰਹੇ ਹਾਂ, ਵੀ ਜੋ ਹੋਇਆ ਉਹ ਗਲਤ ਹੋਇਆ, ਪਰ ਅੱਗੇ ਤੋਂ ਨਹੀਂ ਹੋਣਾ ਚਾਹੀਦਾ। ਤੁਹਾਨੂੰ ਲੱਗਦਾ ਕਿ ਇੰਨਾ ਲੰਬੇ ਸਮੇਂ ਦੀ ਇੱਕ ਤਰੀਕੇ ਨਾਲ ਗੁਲਾਮੀ ਜਿਹੜੇ ਮੂਲ ਵਾਸੀਆਂ ਨੇ ਸਹੀ, ਉਹਦੇ ਵਿੱਚੋਂ ਉਹ ਬਾਹਰ ਨਿਕਲ ਆਉਣਗੇ? ਅਸੀਂ ਵਾਪਸ ਆਉਂਦੇ ਅਲਬਰਟਾ 'ਤੇ ਵੀ, ਪਰ ਉਹਨਾਂ ਦੀ ਜ਼ਿੰਦਗੀ ਕਿੰਨੇ ਕੁ ਤੁਹਾਨੂੰ ਲੱਗਦਾ ਕਿ ਟਾਈਮ ਲੱਗੂਗਾ ਕਿ ਉਹ ਸਹੀ ਮਾਇਨੇ 'ਚ ਮੇਨ ਸਟਰੀਮ ਦੇ ਵਿੱਚ ਆ ਜਾਣ? ਦੇਖੋ ਜੀ, ਜਿਹੜੀ ਉਹਨਾਂ ਦੀ ਨੇਸ਼ਨ ਬਿਲਡਿੰਗ ਆ, ਰੀਕਨਸੀਲੀਏਸ਼ਨ ਆ, ਉਹਨੇ ਓਵਰਨਾਈਟ ਤਾਂ ਹੋਣਾ ਨਹੀਂ, ਉਹਦੇ ਲਈ ਬਹੁਤ ਟਾਈਮ ਲੱਗਣਾ ਵਾ, ਪਰ ਕਿਤੇ ਸਟਾਰਟ ਕਰਨਾ ਪੈਣਾ ਵਾ। ਹੁਣ ਜਿਹੜਾ ਟਰੂਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਨੇ ਆਪਦੀ ਰਿਪੋਰਟ ਦਿੱਤੀ ਸੀ, ਉਹਦੇ ਵਿੱਚ ਉਹਨਾਂ ਨੇ ਜਿਹੜੀਆਂ ਕਾਲ ਆਫ ਐਕਸ਼ਨ ਦਿੱਤੀਆਂ ਸੀਗੀਆਂ, ਹੁਣ ਮੈਨੂੰ ਪੱਕਾ ਯਾਦ ਨਹੀਂ, ਆਈ ਥਿੰਕ 96 ਸੀਗੀਆਂ। ਉਹਨਾਂ ਨੇ ਕਿਹਾ ਸੀ ਵੀ ਜੇ ਇਹ ਕੀਤੀਆਂ ਜਾਂਦੀਆਂ ਵਾ ਤਾਂ ਉਹ ਜਰਨੀ ਸ਼ੁਰੂ ਹੋ ਜਾਂਦੀ ਹੈ, ਜਿਹੜੀ ਵਿਚ ਕੁਡ ਟੇਕ ਅ ਈਅਰ, 10 years, 20 years, nobody knows। ਅਤੇ ਇਸ ਕਰਕੇ ਟਾਈਮ ਲੱਗੂਗਾ, ਪਰ ਕਿਤੇ ਸਟਾਰਟ ਹੋਣਾ ਪੈਣਾ ਵਾ। ਜਿੱਦਾਂ ਉਹਨਾਂ ਦੇ ਹੈਲਥ ਕੇਅਰ ਦੇ ਵਿੱਚ ਜਿਹੜੇ ਪਿੱਛੇ ਨੇ, ਉਹਦੀਆਂ ਇੰਪਰੂਵਮੈਂਟਸ, ਐਜੂਕੇਸ਼ਨ ਦੇ ਵਿੱਚ ਇੰਪਰੂਵਮੈਂਟਸ, ਜਿਹੜਾ ਕ੍ਰਿਮੀਨਲ ਜਸਟਿਸ ਸਿਸਟਮ ਆ ਉਹਦੇ ਵਿੱਚ ਇੰਪਰੂਵਮੈਂਟਸ। ਬਾਕੀ ਕੈਨੇਡਾ ਨੇ ਹੁਣ ਐਕਨੋਲੇਜ ਕਰ ਹੀ ਲਿਆ ਵਾ ਯੂਨਾਈਟਿਡ ਨੇਸ਼ਨ ਡੈਕਲੇਰੇਸ਼ਨ ਔਨ ਰਾਈਟਸ ਆਫ ਇੰਡੀਜੀਨਸ ਪੀਪਲ, ਉਹ ਇੱਕ ਚੰਗਾ ਸਟੈਪ ਆ। ਸੋ ਇਹਨੂੰ ਟਾਈਮ ਲੱਗੂਗਾ, ਪਰ ਹੁਣ ਜਿਹੜੀ ਰੀਕਨਸੀਲੀਏਸ਼ਨ ਦੀ ਗੱਲ ਹੋ ਰਹੀ ਆ, ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਟਰੂਡੋ ਨੇ ਵੀ ਇਹ ਕਿਹਾ ਕਿ ਵੀ ਨੀਡ ਪਾਰਟਨਰਸ਼ਿਪ, ਵੀ ਨੀਡ ਟੂ ਰੈਕਗਨਾਈਜ਼ ਦੇਅਰ ਰਾਈਟਸ। ਇਟਸ ਅ ਗੁੱਡ ਸਟੈਪ। ਮੂਲ ਵਾਸੀ ਕੁਦਰਤ ਦੇ ਬਹੁਤ ਨੇੜੇ ਨੇ, ਕੁਦਰਤ ਨੂੰ ਬਹੁਤ ਜ਼ਿਆਦਾ ਮੰਨਦੇ ਆ। ਹੁਣ ਜਦੋਂ ਪਾਈਪਲਾਈਨ ਦੀ ਗੱਲ ਆਈ, ਜਿਹੜੀ ਅਲਬਰਟਾ ਤੋਂ BC ਨੂੰ ਜਾਣ ਵਾਲੀ ਜਿਹੜੀ ਉਸਾਰੀ ਅਧੀਨ ਆ, ਉਹਦੇ ਉੱਪਰ ਹਾਲਾਂਕਿ ਸੁਪਰੀਮ ਕੋਰਟ ਨੇ ਵੀ ਹੁਣ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਉਹ ਕਹਿੰਦੇ ਕਿ ਸਾਡੀਆਂ ਜਿਹੜੀਆਂ ਕਮਿਊਨਿਟੀਆਂ ਨੂੰ ਬਰਬਾਦ ਕਰਨ ਦਾ ਇੱਕ ਜ਼ਰੀਆ ਹੋ ਸਕਦਾ। ਕਿੰਨਾ ਕੁ ਸੱਚਾਈ ਲੱਗਦੀ ਉਹਦੇ ਵਿੱਚ, ਲੌਜਿਕ ਕਿੰਨਾ ਕੁ? ਦੇਖੋ ਜੀ, ਉਹ ਜਿਹੜੇ ਸਾਡੇ ਇਸ਼ੂ ਇਹ ਨੇ ਕਿ ਇੱਕ ਤਾਂ ਸਾਡੀਆਂ ਟਰੀਟੀਜ਼ ਹੈਗੀਆਂ,
ਟ੍ਰੀਟੀਜ਼ ਜਿਹੜੀਆਂ ਹੈਗੀਆਂ ਉਹਦੇ ਵਿੱਚ ਦੋ ਵਰਜ਼ਨਸ ਆ, ਇੱਕ ਤਾਂ ਫਰਸਟ ਨੇਸ਼ਨ ਦੀ ਵਰਜ਼ਨ ਆ, ਇੱਕ ਕੈਨੇਡਾ ਦੀ ਵਰਜ਼ਨ ਆ। ਕੈਨੇਡਾ ਦੀ ਵਰਜ਼ਨ ਇਹ ਆ ਕਿ ਜਦੋਂ ਤੁਸੀਂ ਟ੍ਰੀਟੀ ਲਿਖੀ ਤਾਂ ਤੁਸੀਂ ਆਪਦੀ ਲੈਂਡ ਸਾਨੂੰ ਦੇ ਦੀ, ਆਪਦੀ ਲੈਂਡ ਸਰੈਂਡਰ ਸੀਡ ਕਰਦੀ ਸਾਨੂੰ। ਪਰ ਜਿਹੜੇ ਫਰਸਟ ਨੇਸ਼ਨ ਆ ਉਹ ਇਸ ਗੱਲ ਨੂੰ ਮੰਨਦੇ ਨਹੀਂ, ਕਿਉਂਕਿ ਉਹ ਕਹਿੰਦੇ ਕਿ ਜਦੋਂ ਤੁਸੀਂ ਆਏ ਹੋ ਅਸੀਂ ਤਾਂ ਪਹਿਲਾਂ ਹੀ ਇੱਥੇ ਵਸਦੇ ਸੀ, ਤੁਸੀਂ ਜਦੋਂ ਆਏ ਹੋ ਟ੍ਰੀਟੀਆਂ ਨੂੰ ਅਸੀਂ ਇਹ ਨਹੀਂ ਲਿਆ ਵੀ ਅਸੀਂ ਤੁਹਾਨੂੰ ਜ਼ਮੀਨ ਦੇ ਰਹੇ ਹਾਂ, ਸਰੈਂਡਰ ਕਰ ਰਹੇ ਹਾਂ। ਅਸੀਂ ਟ੍ਰੀਟੀਆਂ ਨੂੰ ਇਹ ਲਿਆ ਕਿ ਅਸੀਂ ਪਾਰਟਨਰਸ਼ਿਪ 'ਚ ਰਵਾਂਗੇ ਤੇ ਇੱਕ ਦੂਜੇ ਦਾ ਖਿਆਲ ਰੱਖਾਂਗੇ, ਪਰ ਲੈਂਡ ਸਾਡੀ ਆ। ਸੋ ਇਸੇ ਕਰਕੇ ਜਦੋਂ ਵੀ ਕੋਈ ਇਦਾਂ ਦੀ ਗੱਲ ਹੁੰਦੀ ਹੈ ਜਾਂ ਰਿਸੋਰਸ ਡਿਵੈਲਪਮੈਂਟ, ਤਾਂ ਉਹ ਇਸ ਦਾ ਵਿਰੋਧ ਕਰਦੇ ਨੇ, ਕਿਉਂਕਿ ਉਹ ਕਹਿੰਦੇ ਨੇ ਕਿ ਇਹ ਲੈਂਡ ਸਾਡੀ ਆ ਬਾਈ ਲਾਅ। ਥੋੜ੍ਹਾ ਜਿਹਾ BC 'ਚ ਇਹ ਇਸ਼ੂ ਹੋ ਜਾਂਦਾ ਕਿ BC ਦੇ ਵਿੱਚ ਜਿਹੜੀ ਲੈਂਡ ਹੈਗੀ ਆ ਟ੍ਰੀਟੀਆਂ ਦੇ ਨਾਲ ਹਜੇ ਨਹੀਂ ਹੋਈਆਂ। ਸੋ ਇਸ ਕਰਕੇ ਉੱਥੇ ਜਿਹੜੇ ਫਰਸਟ ਨੇਸ਼ਨ ਆ ਉਹ ਕਹਿੰਦੇ ਆ ਕਿ ਸਾਡੀ ਤਾਂ ਟ੍ਰੀਟੀ ਨਹੀਂ ਹੋਈ, ਇਸ ਕਰਕੇ ਵੀ ਹੈਵ ਦਾ ਟਾਈਟਲ ਟੂ ਦਾ ਲੈਂਡ, ਰਾਈਟ। ਸੋ ਕਿਤੇ ਨਾ ਕਿਤੇ ਹੁਣ ਪਰ ਰੈਕਗਨਾਈਜ਼ ਅਸੀਂ ਇਹ ਕਰ ਰਹੇ ਹੈਗੇ ਆ, ਜਿਉਂ-ਜਿਉਂ ਸਾਡੀ ਲੈਜਿਸਲੇਸ਼ਨ ਅਸੀਂ ਚੇਂਜ ਕਰ ਰਹੇ ਹਾਂ, ਕਿ ਇਟਸ ਇੰਪੋਰਟੈਂਟ ਕਿ ਅਸੀਂ ਫਰਸਟ ਨੇਸ਼ਨਸ ਦੇ ਨਾਲ ਜਿਹੜੀ ਕੰਸਲਟੇਸ਼ਨ ਕਰੀਏ, ਉਹਨਾਂ ਨੂੰ ਪਹਿਲਾਂ ਇੰਟੈਂਟ ਦੱਸੀਏ ਜਿਹੜੀ ਚੀਜ਼ ਹੋਣ ਵਾਲੀ ਆ, ਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਕੰਸਰਨ ਆ ਉਹਨਾਂ ਨੂੰ ਲੈ ਕੇ ਉਹਦੇ ਉੱਤੇ ਗੌਰ ਕੀਤੀ ਜਾਵੇ। ਜਿੱਦਾਂ ਐਗਜ਼ਾਮਪਲ ਸੀਗੀ ਟਰਾਂਸ ਮਾਊਂਟੇਨ, ਜਦੋਂ ਉਹਦੀ ਅਪਰੂਵਲ ਮਿਲੀ ਤਾਂ ਜਿਹੜੀ ਫੈਡਰਲ ਕੋਰਟ ਆਫ ਅਪੀਲ ਸੀਗੀ ਉਹਨੇ ਉਹਨੂੰ ਖਾਰਜ ਕਰਦਾ ਸੀਗਾ, ਉਹਦੇ ਲਾਇਸੈਂਸ ਨੂੰ ਵੀ ਗੋ ਬੈਕ। ਫੈਡਰਲ ਗਵਰਨਮੈਂਟ ਨੂੰ ਕਿਹਾ ਕਿ ਸਹੀ ਤਰੀਕੇ ਨਾਲ ਕੰਸਲਟੇਸ਼ਨ ਕਰੋ, ਉਹਨਾਂ ਦੀਆਂ ਗੱਲਾਂ ਸਿਰਫ ਸੁਣ ਕੇ ਲਿਖੋ ਨਾ, ਜੋ ਉਹਨਾਂ ਨੇ ਗੱਲਾਂ ਦੱਸੀਆਂ ਲਿਖ ਕੇ ਉੱਤੇ ਕੋਈ ਅਮਲ ਵੀ ਕਰੋ। ਸੋ ਜਦੋਂ ਸਰਕਾਰ ਨੇ ਕੀਤਾ ਉਸ ਤੋਂ ਬਾਅਦ ਹੁਣ ਆਪਾਂ ਦੇਖ ਰਹੇ ਹਾਂ ਕਿ ਟਰਾਂਸ ਮਾਊਂਟੇਨ ਚੱਲ ਰਹੀ ਆ, ਕਿਉਂਕਿ ਜਿਹੜੇ ਉਹਨਾਂ ਦੇ ਗ੍ਰੀਵੈਂਸਿਸ ਸੀਗੇ ਉਹਨਾਂ ਨੂੰ ਕਿਤੇ ਨਾ ਕਿਤੇ ਸਰਕਾਰ ਨੇ ਜਾਂ ਬਾਕੀ ਕੰਪਨੀਆਂ ਨੇ ਮਤਲਬ ਨੋਟ ਕੀਤਾ ਤੇ ਉਹਦਾ ਸੋਲੂਸ਼ਨ ਕੱਢਿਆ। ਅੱਛਾ, ਇੱਕ ਰਾਜ ਜੀ ਮੈਨੂੰ ਦੱਸਿਓ, ਮੈਨੂੰ ਇੱਕ ਸ਼ੰਕਾ, ਕਿਉਂਕਿ ਮੈਂ ਜਦੋਂ ਪਹਿਲੀ ਵਾਰ ਕੈਨੇਡਾ ਆਇਆ ਸੀ ਮੈਨੂੰ ਦੱਸਿਆ ਗਿਆ ਕਿ ਇਸ ਏਰੀਆ 'ਚ ਰਿਜ਼ਰਵ ਨੇ ਜਿੱਥੇ ਮੂਲ ਵਾਸੀ ਰਹਿੰਦੇ ਆ, ਅਤੇ ਤੁਸੀਂ ਉੱਥੇ ਨਹੀਂ ਜਾ ਸਕਦੇ ਜਿਹੜੇ ਬਾਕੀ ਲੋਕ ਨੇ। ਜੇ ਜਾਂਦੇ ਹੋ ਤਾਂ ਉੱਥੋਂ ਦਾ ਕਾਨੂੰਨ ਬਿਲਕੁਲ ਵੱਖਰਾ ਉਸ ਕਮਿਊਨਿਟੀ ਦਾ, ਅਤੇ ਬਾਕੀ ਜਗ੍ਹਾ ਦਾ ਕਾਨੂੰਨ ਬਿਲਕੁਲ ਵੱਖਰਾ। ਇਹਦੇ ਵਿੱਚ ਸੱਚਾਈ ਕਿੰਨੀ ਕੁ ਹੈ ਅਤੇ ਕੀ ਉਹਦੇ ਪਿੱਛੇ ਅਸਲ ਸੱਚ ਕੀ ਹੈ? ਦੇਖੋ ਜੀ, ਜਿਹੜੇ ਰਿਜ਼ਰਵ ਲੈਂਡ ਸੀਗੇ, ਜਿੱਦਾਂ ਆਪਾਂ ਗੱਲ ਕੀਤੀ ਟ੍ਰੀਟੀ 7 ਦੀ, ਟ੍ਰੀਟੀ 7 ਦੇ ਵਿੱਚ ਜਿਹੜੇ ਬਲੱਡ ਨੇਸ਼ਨ ਸੀਗਾ ਉਹਨੂੰ ਆਲਮੋਸਟ 3.5 ਲੱਖ ਏਕੜ ਦੇਰਾ ਦੇ ਗਿਆ, ਉਹਨਾਂ ਦੀ ਰਿਜ਼ਰਵ ਲੈਂਡ ਬਣ ਗਈ, ਉਹ ਉਹਨਾਂ ਲਈ ਰਿਜ਼ਰਵ ਆ, ਉਹ ਉੱਥੇ ਉਹੀ ਰਹਿ ਸਕਦੇ ਨੇ। ਫਿਰ ਜਿਹੜਾ ਆਪਾਂ ਸਿਸਟੈਮਿਕ ਰੇਸਿਜ਼ਮ ਦੀ ਗੱਲ ਕੀਤੀ ਸੀਗੀ, ਤੇ ਉਹਦੇ ਵਿੱਚ ਇੱਕ ਇੰਡੀਅਨ ਐਕਟ ਬਣਾਇਆ ਗਿਆ, ਇਹ ਬਣਾਇਆ ਗਿਆ ਜੀ 1876 ਦੇ ਵਿੱਚ ਫੋਰਸ 'ਚ ਆਇਆ। ਉਹਦੇ ਵਿੱਚ ਡਿਫਾਈਨ ਕਰ ਦਿੱਤਾ ਗਿਆ ਵੀ ਰਿਜ਼ਰਵ ਦੇ ਉੱਤੇ ਕੌਣ ਰਹਿ ਸਕਦਾ, ਕੌਣ ਉੱਤੇ ਵਪਾਰ ਕਰ ਸਕਦਾ, ਕੌਣ ਇੰਡੀਅਨ ਆ। ਜਾਣੀ ਕਿ ਜੇ ਸਾਨੂੰ ਇਹ ਦੱਸਿਆ ਜਾਵੇ ਕਿ ਤੁਸੀਂ ਲੋਕਾਂ ਨੂੰ ਇੱਕ ਲੈਜਿਸਲੇਸ਼ਨ ਡਿਫਾਈਨ ਕਰੂਗੀ ਸਾਡੇ ਲਈ ਕਿੰਨਾ ਮਾੜਾ, ਉੱਥੇ ਦੱਸ ਦਿੱਤਾ ਗਿਆ ਵੀ ਇੱਕ ਇੰਡੀਅਨ ਕੀ ਆ, ਇੱਕ ਇੰਡੀਅਨ ਦੇ ਹੱਕ ਕੀ ਨੇ, ਤੇ ਇੱਕ ਇੰਡੀਅਨ ਕਦੋਂ ਇੰਡੀਅਨ ਹੋਣਾ ਬੰਦ ਹੋ ਜਾਊਗਾ। ਜਿੱਦਾਂ ਜੇ ਇੱਕ ਇੰਡੀਅਨ ਔਰਤ ਨਾਨ ਇੰਡੀਅਨ ਨਾਲ ਵਿਆਹ ਕਰਾ ਲੈਂਦੀ ਆ, ਇੱਥੇ ਮੇਰਾ ਇੰਡੀਅਨ ਕਹਿਣ ਦਾ ਮਤਲਬ ਇੰਡੀਅਨ ਐਕਟ ਦੇ ਪਰਸਪੈਕਟਿਵ ਤੋਂ ਆ ਫਰਸਟ ਨੇਸ਼ਨ ਦੇ। ਇੱਕ ਮਿੰਟ, ਹਾਂ, ਇਹਨੂੰ ਬਿਲਕੁਲ ਆਪਾਂ ਕਲੀਅਰ ਕਰ ਲਈਏ ਕਿ ਇੰਡੀਅਨ ਵੀ ਆਪਾਂ ਭਾਰਤੀ ਜਿਹੜੇ ਆਪਣੇ ਆਪ ਨੂੰ, ਕਿਉਂਕਿ ਉਹਨੂੰ ਇੰਡੀਆ ਕਿਹਾ ਜਾਂਦਾ ਤੇ ਉਹਨੂੰ ਇੰਡੀਅਨ ਨਾ ਸਮਝ ਲਈਏ, ਇੱਥੇ ਇੰਡੀਅਨ ਉਹਨਾਂ ਮੂਲ ਵਾਸੀਆਂ ਨੂੰ ਕਿਹਾ ਜਾਂਦਾ। ਹਾਂਜੀ, ਉਹ ਮੈਂ ਇੰਡੀਅਨ ਐਕਟ ਦੇ ਵਿੱਚ ਗੱਲ ਕਰ ਰਿਹਾ ਵਾਂ, ਤੇ ਇਸ ਕਰਕੇ ਵੀ ਉਹ ਇੰਡੀਅਨ ਜਿਹੜੀ ਔਰਤ ਆ ਜੇ ਉਹ ਕਿਸੇ ਨਾਨ ਇੰਡੀਅਨ ਨਾਲ ਵਿਆਹ ਕਰਾਉਂਦੀ ਆ ਤਾਂ ਇੰਡੀਅਨ ਉਹਦਾ ਸਟੇਟਸ ਖਤਮ ਹੋ ਜਾਂਦਾ ਵਾ। ਸੋ ਇਹ ਜਿਹੀਆਂ ਚੀਜ਼ਾਂ ਬਿਲਕੁਲ ਜਿੱਦਾਂ ਤੁਸੀਂ ਕਿਹਾ ਕਿ ਉੱਥੇ ਕੁਝ ਡਿਫਰੈਂਟ ਨੇ। ਫਿਰ ਜਿੱਦਾਂ ਆਪਣਾ ਇੰਡੀਅਨ ਐਕਟ ਸੈਕਸ਼ਨ 87 ਦੇ ਵਿੱਚ ਆਪਣੇ ਅੰਦਰ ਇੱਕ ਗਲਤਫਹਿਮੀ ਹੁੰਦੀ ਹੈ ਜੀ ਕਿ ਜਿਹੜੇ ਨੇਟਿਵ ਲੋਕ ਨੇ, ਇੰਡੀਜਨਸ ਲੋਕ ਨੇ, ਇਹ ਟੈਕਸ ਨਹੀਂ ਦਿੰਦੇ। ਨੋ, ਇਹ ਗਲਤ ਆ। ਇੰਡੀਅਨ ਐਕਟ ਸੈਕਸ਼ਨ 87 ਦੇ ਵਿੱਚ ਜਿਹੜੇ ਇੰਡੀਅਨ, ਫਿਰ ਉਹੀ ਇੰਡੀਜਨਸ ਲੋਕਾਂ ਦੀ ਮੈਂ ਗੱਲ ਕਰ ਰਿਹਾ, ਜਿਹੜੇ ਕੁਆਲੀਫਾਈ ਕਰਦੇ ਨੇ, ਜੇ ਉਹ ਆਪਣੇ ਰਿਜ਼ਰਵ ਦੇ ਉੱਤੇ ਬਿਜ਼ਨਸ ਕਰ ਰਹੇ ਨੇ ਤਾਂ ਉਹ ਟੈਕਸ ਨਹੀਂ ਦਿੰਦੇ। ਜੇ ਉਹ ਰਿਜ਼ਰਵ ਦੇ ਉੱਤੇ ਕੋਈ ਐਸਾ ਪ੍ਰੋਡਕਟ ਲਿਆ ਰਹੇ ਨੇ ਜਿਹਦੀ ਲੋੜ ਆ ਉੱਥੇ, ਤਾਂ ਉਹ ਟੈਕਸ ਨਹੀਂ ਦਿੰਦੇ, ਬਾਕੀ ਉਹ ਟੈਕਸ ਦਿੰਦੇ ਨੇ ਸਾਡਿਆਂ ਨੂੰ। ਸੋ ਜਿੱਦਾਂ ਤੁਸੀਂ ਕਿਹਾ ਆਪਾਂ ਜਾ ਸਕਦੇ ਹਾਂ ਰਿਜ਼ਰਵ 'ਤੇ, ਸਾਨੂੰ ਕੋਈ ਰੋਕੂਗਾ ਨਹੀਂ, ਪਰ ਸਾਡੀਆਂ ਲਿਮਿਟੇਸ਼ਨਸ ਆ ਉੱਥੇ, ਜਿੱਦਾਂ ਕਿ ਵੀ ਲੈਂਡ ਨਹੀਂ ਖਰੀਦ ਸਕਦੇ, ਉੱਥੇ ਰਹਿ ਨਹੀਂ ਸਕਦੇ, ਜਾਂ ਉਹ ਸਾਰੀਆਂ ਲਿਮਿਟੇਸ਼ਨਸ ਯੈਸ ਹੈਗੀਆਂ ਨੇ। ਹੁਣ ਉਹਨੇ ਫਿਰ ਅਸੀਂ ਵਾਪਸ ਅਲਬਰਟਾ ਵੱਲ। ਅਲਬਰਟਾ ਇਸ ਵਕਤ ਜਿਹੜਾ ਸੂਬਾ ਪੂਰਾ, ਇਹ ਜਿਵੇਂ ਆਪਾਂ ਪ੍ਰਮੁੱਖ ਸ਼ਹਿਰਾਂ ਦੀ ਗੱਲ ਕਰਦੇ ਹਾਂ, ਕੈਲਗਰੀ ਹੋ ਗਿਆ, ਐਡਮਿੰਟਨ ਹੋ ਗਿਆ, ਤੁਸੀਂ ਬਾਕੀ ਸ਼ਹਿਰਾਂ ਦੀ ਪ੍ਰਮੁੱਖ ਸ਼ਹਿਰ ਦੱਸਿਓ, ਤੇ ਇੱਥੋਂ ਦਾ ਇਹ ਮਤਲਬ ਅਲਬਰਟਾ ਬਾਕੀ ਸੂਬਿਆਂ ਨਾਲੋਂ ਕੈਨੇਡਾ ਦੇ ਵੱਖ ਕਿਵੇਂ ਆ, ਭਾਵੇਂ ਰਹਿਣੀ ਬਹਿਣੀ ਹੋਵੇ, ਭਾਵੇਂ ਕਾਰੋਬਾਰ ਹੋਣ, ਜਾਂ ਓਵਰਆਲ? ਹਾਂਜੀ, ਦੇਖੋ ਅਲਬਰਟਾ, ਜਿੱਦਾਂ ਮੈਂ ਕਿਹਾ ਕਿ ਅਲਬਰਟਾ ਦੇ ਨੂੰ ਬੇਸਿਕਲੀ ਅਲਬਰਟਾ ਇੱਕ ਡਿਫਰੈਂਟ ਇਸ ਲਈ ਆ ਕਿਉਂਕਿ ਸਾਡੇ ਅਲਬਰਟਾ ਨੂੰ ਜਿਹੜੇ ਸੈਟਲਰ ਸੀਗੇ ਉਹਨਾਂ ਨੇ ਆ ਕੇ ਵਸਾਇਆ, ਜਿਹੜੇ ਬਾਹਰੋਂ ਆਏ ਸੀਗੇ। ਮੂਲ ਨਿਵਾਸੀ ਤਾਂ ਰਹਿੰਦੇ ਹੀ ਸੀ, ਪਰ ਸੈਟਲਰਸ ਨੇ ਬਾਹਰੋਂ ਆ ਕੇ ਵਸਾਇਆ। ਜਿੱਦਾਂ ਮੈਂ ਗੱਲ ਕੀਤੀ, ਜਦੋਂ ਨਾਰਥ ਵੈਸਟ ਟੈਰੀਟਰੀਜ਼ ਬਣੀ, ਜਿਹੜੀ ਬਾਅਦ 'ਚ ਅਲਬਰਟਾ ਜਿਹਦੇ 'ਚੋਂ ਆਇਆ, ਤਾਂ ਉਦੋਂ ਬਾਅਦ 1882 ਦੇ ਵਿੱਚ ਆਈ ਬਲੀਵ ਇੱਕ ਡੋਮੀਨੀਅਨ ਲੈਂਡ ਐਕਟ ਪਾਸ ਕੀਤਾ ਗਿਆ, ਜਿਹਦੇ ਵਿੱਚ ਕਿਹਾ ਗਿਆ ਵੀ ਇਹਨੂੰ ਵਸਾਉਣ ਲਈ ਅਸੀਂ ਲੋਕ ਮੰਗਵਾਉਣੇ ਆ। ਤਾਂ ਉਦੋਂ ਦੇਖਣ ਵਾਲਿਆਂ ਨੂੰ ਮੈਂ ਦੱਸੂਗਾ, ਤੇ ਉਦੋਂ ਇਹ ਸੀਗਾ ਵੀ ਜੇ ਤੁਸੀਂ ਇੱਥੇ ਆਉਣੇ ਹੋ ਤੇ ਤੁਸੀਂ ਇੱਥੇ $10 ਦੇ ਵਿੱਚ 160 ਏਕੜ, ਯਾਨੀ ਕਿ
ਖਰੀਦ ਸਕਦੇ ਹੋ। ਉੱਥੇ ਤੁਸੀਂ 3 ਸਾਲ ਰਹਿਣਾ, ਉਹਦੇ ਵਿੱਚੋਂ 6 ਮਹੀਨੇ ਉਸ ਲੈਂਡ ਤੇ ਰਹਿਣਾ ਤੇ 160 ਏਕੜ ਚੋਂ ਹਰ ਸਾਲ 15 ਏਕੜ ਬੀਜਣੀ ਆ। ਜੇ ਤੁਸੀਂ 3 ਸਾਲ ਕਰਦੇ ਹੋ ਤਾਂ ਉਹਦੀ ਰਾਈਟ ਤੁਹਾਨੂੰ ਮਿਲ ਜਾਂਦੀ ਸੀ ਵੀ ਉਹ ਜ਼ਮੀਨ ਤੁਹਾਡੀ ਹੋਗੀ। ਇਹ ਸਮਾਂ ਕਿਹੜਾ ਸੀਗਾ, ਕਿਹੜੇ ਸਾਲ ਤੋਂ ਲੈ ਕੇ ਕਿਹੜੇ ਸਾਲ ਤੱਕ? ਹਾਂਜੀ, ਇਹ ਸਮਾਂ ਕਰੀਬਨ ਸੀਗਾ, ਜਿੱਦਾਂ ਮੈਂ ਕਿਹਾ 1882 ਚ ਡੋਮੀਨੀਅਨ ਐਕਟ ਹੋਇਆ। ਇਹ ਸਮਾਂ ਉਸ ਤੋਂ ਬਾਅਦ ਲੈ ਕੇ ਆਲਮੋਸਟ 1910 1915 ਤੱਕ ਸੀਗਾ। ਸੋ ਜੇ ਆਪਾਂ ਉਦੋਂ ਆਉਂਦੇ ਤੇ ਹੁਣ ਆਪਾਂ ਵੀ ਇੱਥੇ ਕਿੰਨੇ ਮਰਬਿਆਂ ਦੇ ਮਾਲਕ ਹੋਣਾ ਸੀ ਸਿਰਫ $160 ਦੇ ਤੇ ਨਹੀਂ $10 ਸੌਰੀ $10 ਦੇ ਕੇ 160 ਕਿੱਲਿਆਂ ਦੇ। ਹਾਂਜੀ ਬਿਲਕੁਲ। ਤੇ ਹੋਰ ਵੀ ਇੰਟਰਸਟਿੰਗ ਗੱਲ ਆ ਕਿ ਇੱਥੇ ਜਿਹੜੇ ਪਹਿਲਾਂ ਕੀ ਹੋਇਆ ਸੀਗਾ ਕਿ ਇੱਥੇ ਜਿਹੜੇ ਕਿਉਂਕਿ ਵਾਟਰ ਹੁੰਦਾ ਨਹੀਂ ਸੀਗਾ, ਜਿਹੜੇ USA ਤੋਂ ਵਿਸਕੀ ਟਰੇਡਰ ਸੀ ਉਹ ਆ ਜਾਂਦੇ ਸੀਗੇ। ਉਹਨਾਂ ਨੇ ਆ ਕੇ ਇੱਥੇ ਬੜਾ ਮਤਲਬ ਜਿਹਨੂੰ ਕਹਿ ਸਕਦੇ ਆ ਕਿ ਖੱਪਖਾਨਾ ਪਾਇਆ, ਜਿਹਦੇ ਵਿੱਚ ਉਹਨਾਂ ਨੇ ਜਿਹੜੇ ਸਾਡੇ ਮੂਲ ਨਿਵਾਸੀ ਸੀ ਉਹਨਾਂ ਨੂੰ ਮਾਰਿਆ ਵੀ। ਤੇ ਫਿਰ ਸਰਕਾਰ ਨੇ, ਜਿਹੜੀ ਆਟਵਾ ਦੀ ਸਰਕਾਰ ਸੀ, ਉਹਨਾਂ ਨੇ ਨਾਰਥ ਵੈਸਟ ਮਾਊਂਟਡ ਪੁਲਿਸ ਬਣਾਈ, ਜਿਹੜੀ ਬਾਅਦ ਚ 1920 ਚ RCMP ਚ ਬਣ ਗਈ। ਨਾਰਥ ਵੈਸਟ ਮਾਊਂਟਡ ਪੁਲਿਸ 1873 ਚ ਬਣੀ। ਉਹਨਾਂ ਨੂੰ ਕਿਹਾ ਗਿਆ ਕਿ ਜਾ ਕੇ ਵਿਸਕੀ ਟਰੇਡਰਸ ਨੂੰ ਅਲਬਰਟਾ ਚ ਖਤਮ ਕਰੋ। ਬਿਲਕੁਲ, ਉਹ ਆਏ ਤੇ ਉਹਨਾਂ ਨੇ 1874 ਚ ਪਹਿਲੀ ਪੁਲਿਸ ਪੋਸਟ ਬਣਾਈ ਸੀ ਫੋਰਟ ਮਕਲਾਉਡ ਚ। ਫੋਰਟ ਮਕਲਾਉਡ ਚ ਕਰਨਲ ਮਕਲਾਉਡ ਨੇ ਉਹ ਬਣਾਈ ਤੇ ਕਰਨਲ ਮਕਲਾਉਡ ਨੂੰ ਪਤਾ ਲੱਗਿਆ ਕਿ ਕਿਤੇ ਐਲਬੋ ਤੇ ਬੋ ਰਿਵਰ ਮਿਲਦੇ ਆ ਤੇ ਉਹ ਜਗ੍ਹਾ ਬੜੀ ਸੋਹਣੀ ਤੇ ਬੜੀ ਵਧੀਆ ਵਾ ਉੱਥੇ ਫੋਰਟ ਬਣਾਉਣ ਲਈ। ਫੋਰਟ ਕਹਿੰਦੇ ਸੀਗੇ ਪੁਲਿਸ ਦੀ ਛਾਉਣੀ ਨੂੰ। ਤਾਂ ਉਹਨੇ ਬੰਦਾ ਭੇਜਿਆ ਇੰਸਪੈਕਟਰ ਬਰੀਸਵਾ, ਉਹਨੂੰ ਕਿਹਾ ਵੀ ਤੂੰ ਲੱਭ ਉਹ ਜਗ੍ਹਾ। ਤੇ ਉਹ ਜਿੱਥੇ ਅੱਜ ਅਸੀਂ ਬੈਠੇ ਕੈਲਗਰੀ ਚ, ਉਹਨੇ ਇਹ ਜਗ੍ਹਾ ਲੱਭੀ ਤੇ ਉਹਨੇ ਇਸ ਸਿਟੀ ਦਾ ਨਾਮ ਬਰੀਸਵਾ ਰੱਖਦਾ। ਤੇ ਫੋਰਟ ਜਿਹੜਾ ਕਰਨਲ ਮਕਲਾਉਡ ਸੀਗਾ, ਉਹਨੇ ਕਿਹਾ ਕਿ ਨਹੀਂ, ਮੇਰੀ ਜਿਹੜੀ ਸਕਾਟਲੈਂਡ ਚ ਮੇਰਾ ਪੁਸ਼ਤੈਨੀ ਪਿੰਡ ਆ, ਪਿੰਡ ਹੀ ਕਹਿ ਸਕਦੇ, ਉਹਦਾ ਨਾਂ ਕੈਲਗਰੀ ਹੈ, ਮੈਂ ਉਹਦੇ ਨਾਂ ਤੇ ਰੱਖਣਾ। ਸੋ ਉਹਨੇ ਬਦਲ ਕੇ ਕੈਲਗਰੀ ਰੱਖਦਾ, ਨਹੀਂ ਤਾਂ ਅੱਜ ਸਾਡੀ ਸਿਟੀ ਦਾ ਨਾਂ ਕੈਲਗਰੀ ਦਾ ਸ਼ਾਇਦ ਬਰੀਸਵਾ ਹੁੰਦਾ, ਹਨਾ। ਤੇ ਆਪਾਂ ਤੇ ਮੈਂ RCMP ਦੀ ਜਿਹੜੀ ਨਾਰਥ ਵੈਸਟ ਮਾਊਂਟਡ ਪੁਲਿਸ ਜਦੋਂ ਆਈ 73 ਦੇ ਵਿੱਚ, ਉਹਨਾਂ ਨੇ ਕਿਹਾ ਵੀ ਜਿਹੜਾ ਬੰਦਾ ਇਹਦੇ ਲਈ ਸਾਈਨ ਅਪ ਕਰੂਗਾ ਉਹਨੂੰ ਰੋਜ਼ ਦੇ 75 ਸੈਂਟ ਤਨਖਾਹ ਮਿਲੂ, ਰਾਸ਼ਨ ਮਿਲੂ, ਫੂਡ ਮਿਲੂ ਤੇ 160 ਏਕੜ ਮਿਲਣਗੇ ਜਦੋਂ ਉਹਨੇ 3 ਸਾਲ ਦੀ ਨੌਕਰੀ ਕਰ ਲਈ। ਤੇ 360 ਏਕੜ ਵੀ ਉਹਦੀ ਪਸੰਦ ਦੇ। ਤੇ ਹਾਂਜੀ, ਤੇ ਮੈਂ ਸਿਰਫ ਦੱਸਣ ਵਾਲਿਆਂ ਨੂੰ ਕਹਿ ਰਿਹਾ ਵੀ ਇਹ ਮਤਲਬ ਹੁੰਦਾ ਸੀਗਾ। ਇਸੇ ਤਰ੍ਹਾਂ ਜਿੱਦਾਂ ਆਪਾਂ ਇੱਥੇ ਦੇਖਿਆ ਹੋਣਾ ਰੈਂਚਿੰਗ, ਆਪਾਂ ਕੈਲਗਰੀ ਸਟੈਂਪੀਡ ਮਨਾ ਕੇ ਹਟਿਆ ਐਤਕੀ, ਚਲੋ ਮਨਾਈ ਤਾਂ ਹੈ ਨਹੀਂ, ਵਰਚੁਅਲੀ ਆਪਾਂ ਮਨਾਈ ਆ, ਪਰ ਕੈਲਗਰੀ ਸਟੈਂਪੀਡ 1912 ਦੇ ਵਿੱਚ ਸ਼ੁਰੂ ਹੋਈ। ਇੱਥੇ ਪਹਿਲਾਂ ਰੈਂਚਿੰਗ ਦਾ ਵੀ ਇਹੀ ਸੀਗਾ ਕਿ 1881 ਚ ਆਟਵਾ ਨੇ ਰੈਂਚਿੰਗ ਦੇ ਉੱਤੇ ਇੱਕ ਐਕਟ ਪਾਸ ਕੀਤਾ ਵੀ ਜਿਹੜਾ ਰੈਂਚਰ ਜਾ ਕੇ ਇੱਕ ਸਾਡੇ ਦਰਸ਼ਕਾਂ ਵਾਸਤੇ, ਕਿਉਂਕਿ ਆਪਾਂ ਰੈਂਚਰ ਸੁਣ ਲੈਂਦੇ ਆ, ਰੈਂਚਿੰਗ ਕਰਨੀ ਕੀ ਹੁੰਦੀ ਹੈ, ਉਹਨੂੰ ਪੰਜਾਬੀ ਦੇ ਵਿੱਚ ਆਪਾਂ ਦੱਸਣਾ ਹੋਵੇ ਰੈਂਚਿੰਗ ਕਰਨੀ ਕੀ, ਉਹ ਜ਼ਰੂਰ ਦੱਸੋ। ਰੈਂਚਿੰਗ ਜੀ ਮੈਂ ਜਿੱਦਾਂ ਦੱਸਦਾ ਵੀ ਵੱਡੇ ਜਿੱਦਾਂ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਕੋਲ ਬਹੁਤ ਗਾਵਾਂ ਰੱਖੀਆਂ ਨੇ ਜਾਂ ਮਤਲਬ ਹੋਰ ਜਾਨਵਰ ਰੱਖੇ ਨੇ, ਘੋੜੇ ਰੱਖੇ ਨੇ, ਤਾਂ ਰੈਂਚ ਤੇ 1000 ਗਾਂ ਹੋ ਸਕਦੀ ਆ, ਘੋੜੇ ਹੋ ਸਕਦੇ ਆ। ਉਹ ਗਾਂ ਨੂੰ ਦੁੱਧ ਲਈ ਵੀ ਯੂਜ਼ ਕੀਤਾ ਜਾਂਦਾ, ਪਰ ਮੋਸਟਲੀ ਮੀਟ ਲਈ ਯੂਜ਼ ਕੀਤਾ ਜਾਂਦਾ ਸੀਗਾ। ਤੇ ਉਹ ਰੈਂਚ ਜਿਹਨੂੰ ਫ੍ਰੀ ਹੋਲਡਿੰਗ ਕਹਿੰਦੇ ਸੀਗੇ ਵੀ ਤੁਹਾਨੂੰ 10,000 ਏਕੜ ਮਿਲ ਗਿਆ, ਉਹਦੇ ਚੋਂ ਗਾਵਾਂ ਕਿਤੇ ਵੀ ਚੜ ਸਕਦੀਆਂ, ਕਿਤੇ ਵੀ ਘੁੰਮ ਸਕਦੀਆਂ, ਉਹ ਪਰ ਤੁਹਾਡੀ ਜ਼ਮੀਨ ਨਹੀਂ ਗੀ, ਤੁਸੀਂ ਉਹਨੂੰ ਲੀਜ਼ ਕੀਤਾ ਹੋਇਆ। ਸੋ ਮੈਂ ਉੱਥੇ ਹੀ ਆ ਰਿਹਾ ਸੀਗਾ ਕਿ 1881 ਦੇ ਵਿੱਚ ਆਟਵਾ ਨੇ ਕਿਹਾ ਕਿ ਜਿਹੜਾ ਵੀ ਬੰਦਾ ਰੈਂਚ ਕਰਨਾ ਚਾਹੁੰਦਾ, ਮੈਥਿਊ ਕਾਕਰੇਨ ਸੈਨੇਟਰ ਸੀ ਮੌਂਟਰੀਅਲ ਤੋਂ, ਜਿਹਦੇ ਦੇ ਨਾਂ ਤੇ ਕਾਕਰੇਨ ਬਸਿਆ ਹੋਇਆ ਵਾ, ਉਹਨਾਂ ਨੇ ਪਹਿਲਾਂ ਰੈਂਚਿੰਗ ਸ਼ੁਰੂ ਕੀਤੀ ਸੀ ਇੱਥੇ। ਤੇ ਉਹਨਾਂ ਦੇ ਨਾਲ ਫਿਰ ਪੈਟ ਬਰਨਸ ਨੇ ਆਏ। ਤੇ ਰੈਂਚਿੰਗ ਇਹ ਸੀ, ਉਹ ਕਹਿੰਦੇ ਵੀ ਤੁਸੀਂ ਲੱਖ ਤੁਹਾਨੂੰ ਏਕੜ ਮਿਲ ਜੂ ਤੇ 1000 ਏਕੜ ਦਾ ਸਿਰਫ ਤੁਹਾਨੂੰ $100 ਦੇਣਾ ਪਊ, ਜਾਣੀ ਕਿ 1 ਸੈਂਟ ਦਾ 1 ਏਕੜ 21 ਸਾਲ ਦੀ ਲੀਜ਼। ਉਸ ਤੋਂ ਬਾਅਦ ਤੁਸੀਂ ਜੇ 100 ਏਕੜ ਦੇ ਲੱਖ ਏਕੜ ਚੋਂ ਰੱਖਣਾ 5% ਰੱਖ ਸਕਦੇ ਹੋ, ਜਾਣੀ ਕਿ 5000 ਏਕੜ। ਸੋ ਇਹ ਗੱਲਾਂ ਸੀਗੀਆਂ। ਤੇ ਜਿਹੜਾ ਪੈਟ ਬਰਨ ਸੀਗੇ, ਉਹ ਬਹੁਤ ਵੱਡੇ ਰੈਂਚਰ ਹੋਏ ਤੇ ਉਹਨਾਂ ਦੇ ਨਾਂ ਤੇ ਸੀਟ 'ਚ ਅਸੀਂ ਜਾਈਏ, ਬਰਨਸ ਬਿਲਡਿੰਗਸ ਨੇ, ਹੋਰ ਨੇ, ਬਾਅਦ ਸੈਨੇਟਰ ਵੀ ਬਣੇ। ਉਹ ਇੰਨੇ ਤਕੜੇ ਰੈਂਚਰ ਹੋਏ ਕਿ ਉਹਨਾਂ ਦੇ ਕਿਸੇ ਵਕਤ ਇੱਥੇ 1996 'ਚ ਰੋਜ਼ ਦੀ 700 ਗਾਂ ਕੱਟਦੇ ਸੀ, ਵੱਢਦੇ ਸੀ, 600 ਸੂਰ ਵੱਢਦੇ ਸੀ। ਤੇ ਸਾਰੀ ਜਿੱਦਾਂ ਕੈਲਗਰੀ ਸ਼ਹਿਰ ਨੂੰ ਮੀਟ, ਡੇਅਰੀ ਉਹ ਪ੍ਰੋਵਾਈਡ ਕਰਦੇ। ਤੇ 1920-25 ਦੇ ਵਿੱਚ ਉਹਨਾਂ ਨੇ ਆਪਣਾ ਬਿਜ਼ਨਸ ਉਸ ਟਾਈਮ 15 ਮਿਲੀਅਨ ਦੇ ਵਿੱਚ ਵੇਚਿਆ। ਹਾਂਜੀ, ਤੇ ਉਹ ਇੱਕ ਕਰਤਾ ਧਰਤਾ ਸੀਗੇ ਜਿਨ੍ਹਾਂ ਨੇ ਸਟੈਂਪੀਡ ਸ਼ੁਰੂ ਕੀਤੀ। ਜੇ ਅਸੀਂ ਸਟੈਂਪੀਡ ਗਰਾਊਂਡ 'ਤੇ ਜਾਈਏ, ਉੱਥੇ ਬਿਗ 4 ਬਿਲਡਿੰਗ, ਉਹਨਾਂ ਦਾ ਨਾਮ ਬਿਗ 4 ਉਹ ਬੰਦਿਆਂ ਨੂੰ ਕਿਹਾ ਜਾਂਦਾ। 4 ਬੰਦੇ ਜਿਹੜੇ ਕ੍ਰਾਸ, ਪੈਟ ਬਰਨਸ ਤੇ 2 ਹੋਰ ਸੀ ਜਿਨ੍ਹਾਂ ਨੇ ਸਟੈਂਪੀਡ ਸ਼ੁਰੂ ਕੀਤੀ, ਇਸ ਕਰਕੇ ਉਹਨੂੰ ਬਿਗ 4 ਕਿਹਾ ਜਾਂਦਾ ਵਾ। ਹਾਂਜੀ, ਜਦੋਂ ਕੈਪੀਟਲ ਦੀ ਗੱਲ ਆਉਂਦੀ ਹੈ, ਕੈਪੀਟਲ ਹੁਣ ਐਡਮਿੰਟਨ ਬਣਾ ਦਿੱਤੀ ਗਈ। ਹਾਲਾਂਕਿ ਜੇ ਕੈਲਗਰੀ ਵੇਖਿਆ ਜਾਵੇ, ਕੈਲਗਰੀ ਵੱਡਾ ਸ਼ਹਿਰ ਸੀ, ਫਿਰ ਐਡਮਿੰਟਨ ਕਿਵੇਂ ਬਣੀ, ਕੈਪੀਟਲ ਕਿਵੇਂ ਬਣੀ? ਇਹ ਵੀ ਬਹੁਤ ਇੰਟਰਸਟਿੰਗ ਆ ਜੀ। ਮੈਂ ਦੇਖਣ ਵਾਲਿਆਂ ਨੂੰ ਇਹ ਦੱਸਣਾ ਚਾਹੂੰਗਾ ਕਿ ਜਿਹੜੀ ਅੱਜ ਤੱਕ ਸੰਵਿਧਾਨ ਜਿਹੜਾ ਸਾਡਾ, ਉਹਦੇ ਵਿੱਚ ਜਿਹੜੀ ਐਡਮਿੰਟਨ ਉਹ ਪ੍ਰੋਵੀਜ਼ਨਲ ਕੈਪੀਟਲ ਆ।
ਕਿਤੇ ਕਿਸੇ ਵਕਤ ਵੀ ਅਸੀਂ ਸਾਡੀ ਲੈਜਿਸਲੇਟ ਬਿਲਡਿੰਗ ਆ ਜਿਹੜੀ ਐਡਮਿੰਟਨ ਦੀ ਉਹਦੇ ਵਿੱਚ ਵੋਟ ਪਾ ਕੇ ਮੈਜੋਰਟੀ ਨਾਲ ਕੈਪੀਟਲ ਬਦਲ ਸਕਦੇ ਆ। ਹਾਂਜੀ, ਪ੍ਰੋਵੀਜ਼ਨਲ ਆ, ਇਸ ਕਰਕੇ ਬਣੀ ਜੀ। ਇਹਦੇ ਵਿੱਚ ਵੀ ਇੰਟਰਸਟਿੰਗ ਗੱਲ ਇਹ ਹੁੰਦੀ ਆ ਕਿ ਜਿਹੜੇ ਐਡਮਿੰਟਨ ਦੇ ਵਿੱਚ ਸਾਡੇ ਪਹਿਲੇ ਪ੍ਰੀਮੀਅਰ ਸੀ, ਉਹਨਾਂ ਦਾ ਨਾਂ ਸੀ ਅਲੈਗਜ਼ੈਂਡਰ ਰਦਰਫੋਰਡ, ਤੇ ਉਹ ਲਿਬਰਲ ਸੀਗੇ। ਤੇ ਉੱਥੋਂ ਜਿਹੜੇ MP ਸੀ ਫਰੈਂਕ ਓਲੀਵਰ, ਉਹ ਵੀ ਲਿਬਰਲ ਸੀ। ਤੇ ਉਸ ਵਕਤ ਦੇਖੋ, ਇਹ ਵੀ ਇੱਕ ਆਇਰਨੀ ਆ ਕਿ ਅਲਬਰਟਨਸ ਜ਼ਿਆਦਾ ਲਿਬਰਲਸ ਨੂੰ ਲਾਈਕ ਨਹੀਂ ਕਰਦੇ, ਪਰ ਜਿਹੜੀ ਪ੍ਰੋਵਿੰਸ ਬਣਾਈ 1905 ਦੇ ਵਿੱਚ, ਉਹ ਲਿਬਰਲ ਸਰਕਾਰ ਸੀ ਓਟਵਾ ਜਿਨ੍ਹਾਂ ਨੇ ਬਣਾਈ, ਤੇ ਇਸ ਕਰਕੇ ਜਿਹੜੀ ਸਰਕਾਰ ਸੀਗੀ ਓਟਵਾ 'ਚ ਉਹ ਵੀ ਲਿਬਰਲ ਸੀ। ਸੋ ਜਿਹੜੀ ਕੈਲਗਰੀ ਸੀਗੀ, ਕੈਲਗਰੀ ਸ਼ੁਰੂ ਤੋਂ ਹੀ ਕੰਜ਼ਰਵੇਟਿਵ ਰਹੀ ਆ, ਕਿਉਂਕਿ ਸਰਕਾਰ ਅਲਬਰਟਾ ਉੱਥੇ ਓਟਵਾ 'ਚ ਲਿਬਰਲ ਸੀ, MP ਫਰੈਂਕ ਓਲੀਵਰ ਲਿਬਰਲ ਸੀ। ਤਾਂ ਜਦੋਂ ਗੱਲ ਹੋਈ ਕਿ ਜੀ ਇਹਦੀ ਕਿਹੜੀ ਕੈਪੀਟਲ ਹੋਣੀ ਚਾਹੀਦੀ ਹੈ, ਤਾਂ ਓਬਵੀਅਸਲੀ ਪਾਰਟੀ ਬੇਸਿਸ ਦੇ ਉੱਤੇ ਐਡਮਿੰਟਨ ਦਾ ਜਿਹੜਾ ਸੀਗਾ ਉਹ ਪੱਖ ਪੂਰਿਆ ਓਟਵਾ ਨੇ, ਤੇ ਉਹਨੂੰ ਪ੍ਰੋਵਿੰਸ ਬਣਾਇਆ ਗਿਆ। ਤੇ ਹਾਲਾਂਕਿ ਕੈਲਗਰੀ, ਬੈਂਫ, ਲੈਥਬਰਿਜ, ਰੈਡ ਡੀਅਰ ਸਭ ਨੇ ਪਟੀਸ਼ਨ ਪਾਈ ਸੀ ਕਿ ਅਸੀਂ ਕੈਪੀਟਲ ਬਣਨਾ ਚਾਹੁੰਦੇ ਹਾਂ। ਹਾਂਜੀ, ਹਾਲਾਂਕਿ ਉਦੋਂ ਜਿਹੜੀ ਪਾਪੂਲੇਸ਼ਨ ਸੀਗੀ ਐਡਮਿੰਟਨ ਦੀ, ਐਡਮਿੰਟਨ ਐਡਮਿੰਟਨ ਫੋਰਟ ਹੁੰਦਾ ਸੀਗਾ ਜੀ, ਇਹ ਹਡਸਨ ਬੇ ਕੰਪਨੀ ਦਾ ਫੋਰਟ ਸੀ। 1795 ਦੇ ਵਿੱਚ ਇਹਦੀ ਨੀਂਹ ਰੱਖੀ ਗਈ ਸੀਗੀ। ਉਦੋਂ ਨਾਰਥ ਵੈਸਟ ਕੰਪਨੀ ਦਾ ਇੱਕ ਫੋਰਟ ਇਹਨਾਂ ਦੇ ਸਾਹਮਣੇ ਹੁੰਦਾ ਸੀ, ਫੋਰਟ ਅਗਸਟਸ, ਉਹਦੇ ਅਗੇਂਸਟ। ਤੇ 4 ਵਾਰ ਇਹਦੀ ਲੋਕੇਸ਼ਨ ਚੇਂਜ ਹੋਈ ਆ। ਜਿਹੜੀ ਅੱਜ ਲੋਕੇਸ਼ਨ ਹੈਗੀ ਆ ਇਹਦੀ ਕਰੰਟ ਲੋਕੇਸ਼ਨ, ਇਹ ਫਾਈਨਲ ਲੋਕੇਸ਼ਨ ਸੀਗੀ ਜਿਹੜੀ 1835 ਦੇ ਵਿੱਚ ਇੱਥੇ ਮੂਵ ਹੋਇਆ ਐਡਮਿੰਟਨ। ਹਾਂਜੀ, ਤੇ ਇਹਦੀ ਜਿਹੜਾ ਫੋਰਟ, ਓਰੀਜਨਲ ਫੋਰਟ ਹੁੰਦਾ ਸੀਗਾ, ਜਿੱਦਾਂ ਆਪਾਂ ਜੇ ਕੈਲਗਰੀ ਜਾਈਏ, ਫੋਰਟ ਕੈਲਗਰੀ ਹਜੇ ਵੀ ਹੈਗਾ ਵਾ। ਜਿਹੜਾ ਐਡਮਿੰਟਨ ਦਾ ਫੋਰਟ ਸੀਗਾ ਉਹ ਹੁਣ ਐਗਜ਼ਿਸਟ ਨਹੀਂ ਕਰਦਾ, ਜਿੱਥੇ ਸਾਡੀ ਲੈਜਿਸਲੇਟਿਵ ਬਿਲਡਿੰਗ ਐਡਮਿੰਟਨ, ਸਾਡੀ ਜਿਹੜੀ ਸੰਵਿਧਾਨ ਲੈਜਿਸਲੇਟਿਵ ਬਿਲਡਿੰਗ ਆ 1913 'ਚ ਖੁੱਲੀ ਆ। ਉਦੋਂ ਬਾਅਦ ਫਿਰ 1915 'ਚ ਫੋਰਟ ਨੂੰ ਰਿਮੂਵ ਕਰ ਦਿੱਤਾ ਗਿਆ ਸੀਗਾ ਉੱਥੋਂ। ਹਾਂਜੀ, ਤੇ ਹੁਣ ਅਸੀਂ ਕਿਉਂਕਿ ਅਲਬਰਟਾ ਬਾਰੇ ਗੱਲ ਕਰ ਰਹੇ ਹਾਂ, ਤੇ ਪੰਜਾਬੀਆਂ ਦੇ ਕੈਨੇਡਾ ਵਿੱਚ ਆਉਣ ਬਾਰੇ ਜੇ ਅਸੀਂ ਨਾ ਗੱਲ ਕੀਤੀ ਤੇ ਉਹ ਬਿਲਕੁਲ ਇੱਕ ਤਰੀਕੇ ਨਾਲ ਵਿਸ਼ੇ ਤੋਂ ਭਟਕਣ ਵਾਲੀ ਗੱਲ ਹੋਵੇਗੀ। ਇਸ ਕਰਕੇ ਅਸੀਂ ਉੱਥੇ ਵੀ ਆਉਣਾ, ਕਿਉਂਕਿ ਸਾਡੇ ਵੇਖਣ ਵਾਲੇ ਇਹ ਜਾਣਨਾ ਚਾਹੁੰਦੇ ਆ ਕਿ ਪੰਜਾਬੀਆਂ ਨੂੰ ਇੱਧਰ ਦਾ ਰਸਤਾ ਕਿਹਨੇ ਵਿਖਾਇਆ। ਕਿਉਂਕਿ ਜਦੋਂ ਅਸੀਂ ਟੋਰਾਂਟੋ ਜਾਂ ਵੈਨਕੂਵਰ ਦੀ ਗੱਲ ਕਰਦੇ ਹਾਂ, ਤਾਂ ਉਸ ਤੋਂ ਬਾਅਦ ਜਿਹੜਾ ਤੀਜਾ ਸਭ ਤੋਂ ਪ੍ਰਮੁੱਖ ਸ਼ਹਿਰ ਹੈ ਜਿੱਥੇ ਪੰਜਾਬੀਆਂ ਦੀ ਵਸੋਂ ਸਭ ਤੋਂ ਜ਼ਿਆਦਾ ਅਸੀਂ ਕਹਿ ਸਕਦੇ ਹਾਂ, ਉਹ ਫਿਰ ਕੈਲਗਰੀ ਆ ਜਾਂਦਾ। ਫਿਰ ਕੈਲਗਰੀ ਵਿੱਚ ਕਿੱਦਾਂ ਸ਼ੁਰੂਆਤ ਹੋਈ ਪੰਜਾਬੀ? ਜੀ ਦੇਖੋ, ਇਹਦੇ ਵਿੱਚ CPR ਦਾ ਰੋਲ ਬਹੁਤ ਇੰਪੋਰਟੈਂਟ ਆ। ਜਿਹੜੀ ਕੈਨੇਡੀਅਨ ਪੈਸੀਫਿਕ ਰੇਲ ਆ, ਉਹ 1883 ਦੇ ਵਿੱਚ ਕੈਲਗਰੀ ਪਹੁੰਚੀ, ਤੇ ਉਸ ਤੋਂ ਬਾਅਦ ਉਹ ਐਕਸਟੈਂਡ ਹੋਈ BC ਨੂੰ। ਤੇ ਕਿਉਂਕਿ BC ਨੇ ਕੈਨੇਡਾ ਨੂੰ ਜੁਆਇਨ ਕੀਤਾ 1871 'ਚ, ਤੇ BC ਦੀ ਡਿਮਾਂਡ ਸੀ ਕਿ ਸਾਨੂੰ ਟ੍ਰੇਨ ਚਾਹੀਦੀ ਹੈ, ਉਦੋਂ ਬਿਨਾਂ ਨਹੀਂ ਅਸੀਂ। ਜਿਹੜੇ ਜ਼ਿਆਦਾਤਰ ਪਹਿਲੇ ਪੰਜਾਬੀ ਆਏ ਜੀ, ਉਹ ਸੈਨ ਫਰਾਂਸਿਸਕੋ ਆਉਂਦੇ ਹੁੰਦੇ ਸੀ। ਉਸ ਤੋਂ ਬਾਅਦ ਉਹ ਵੈਂਕੂਵਰ ਆਉਂਦੇ ਹੁੰਦੇ ਸੀ, ਤੇ ਵੈਂਕੂਵਰ ਦੇ ਵਿੱਚੋਂ ਉੱਤੋਂ ਟ੍ਰੇਨ ਦੇ ਵਿੱਚ ਬਹਿ ਕੇ ਇੱਧਰ ਦੀ ਰੈਵਲਸਟੋਕ, ਗੋਲਡਨ ਤੋਂ ਹੁੰਦੇ। ਜਿਹੜਾ ਪਹਿਲੀ ਜਿਹੜੀ ਪੰਜਾਬੀ ਫੈਮਿਲੀ ਕਹਿ ਸਕਦੇ ਹੈਗੇ ਅਲਬਰਟਾ ਦੇ ਵਿੱਚ ਜਿਹੜੀ ਔਨ ਰੈਕਡ ਹੈਗੀ ਆ, ਉਹ ਹੈਗੀ ਹਰਨਾਮ ਸਿੰਘ ਹਾਰੀ ਫੈਮਿਲੀ, ਜਿਹੜੇ 1908 'ਚ ਆਏ। ਉਹਨਾਂ ਨੇ ਕੈਲਗਰੀ ਦੇ ਵਿੱਚ ਆਏ ਉਹ, ਤੇ ਉਹ ਉਸ ਵਕਤ ਇਕੱਲੇ ਹੀ ਸੀ। ਉਹਨਾਂ ਨੇ ਇੱਥੇ, ਉਹ ਕਿਹਾ ਜਾਂਦਾ ਕਿ ਉਹ ਟ੍ਰੇਨ ਦੇ ਵਿੱਚ ਆਏ ਸੀ, ਤੇ ਇਹ ਕਿਹਾ ਜਾਂਦਾ ਵੀ ਉਹ ਗੋਲਡਨ ਉਤਰੇ, ਫਿਰ ਉੱਥੋਂ ਹੌਲੀ ਹੌਲੀ ਇੱਥੇ ਪਹੁੰਚੇ, ਤੇ 6 ਫੁੱਟ ਤੋਂ ਉੱਤੇ ਕੱਦ ਹੁੰਦਾ ਸੀਗਾ। ਬੜੀ ਮਿਹਨਤ ਕੀਤੀ, ਤੇ ਹੌਲੀ ਹੌਲੀ ਉਹਨਾਂ ਨੇ ਪਿਗ ਫਾਰਮ ਬਣਾਇਆ, ਤੇ ਉਸ ਤੋਂ ਬਾਅਦ ਉਹ ਇੰਨੇ ਪਰਮਾਤਮਾ ਦੀ ਮਿਹਰ ਹੋਈ, ਹਾਰਡ ਵਰਕ ਹੋਇਆ ਕਿ ਬਹੁਤ ਸਕਸੈਸਫੁਲ ਹੋਏ। ਦੇਖਣ ਵਾਲਿਆਂ ਨੂੰ ਦੱਸਾਂ ਵੀ, ਜਿੱਥੇ ਅੱਜ ਸ਼ਿਨੁਕ ਮੌਲ ਆ, ਇਹ ਵੀ ਕਿਸੇ ਵਕਤ ਪੰਜਾਬੀਆਂ ਦੀ ਜ਼ਮੀਨ ਹੁੰਦੀ ਸੀ। ਹਾਂਜੀ, ਤੇ ਜਿਹੜਾ ਏਰੀਆ ਕਿੰਗਸਲੈਂਡ ਆ, ਉਹਦਾ ਨਾਮ ਵੀ ਹਰਨਾਮ ਸਿੰਘ ਹਾਰੀ ਨੂੰ ਗੋਰੇ ਕਿੰਗ ਕਹਿੰਦੇ ਹੁੰਦੇ ਸੀ, ਕਿਉਂਕਿ ਜਦੋਂ ਉਹਨਾਂ ਨੇ ਰੱਬ ਦੀ ਮਿਹਰ ਹੋਈ ਇੰਨਾ ਪੈਸਾ ਕਮਾ ਲਿਆ, ਉਹ ਕਿਸੇ ਵੀ ਆਕਸ਼ਨ 'ਚ ਜਾਂਦੇ ਸੀ ਤਾਂ ਇੱਥੋਂ ਦੇ ਗੋਰੇ ਕਹਿੰਦੇ ਸੀ ਕਿ ਕਿੰਗ ਇਜ਼ ਹੇਅਰ, ਲੈਟਸ ਨਾਟ ਈਵਨ ਬੋਦਰ ਟਾਈਮ ਪੁਟਿੰਗ ਐਨੀ ਬਿਡਸ ਔਨ ਐਨੀ ਆਫ ਦਿਸ। ਤਾਂ ਕਿੰਗ ਕਹਿਣ ਲੱਗ ਗਏ, ਇਟਸ ਲਾਈਕ ਕਿੰਗਸਲੈਂਡ ਬਣਿਆ। ਜਦੋਂ ਪਿੱਛੇ ਜੇ 4-5 ਸਾਲ 7 ਸਾਲ ਹੋ ਗਏ, ਜਿਹੜਾ ਹਰਨਾਮ ਸਿੰਘ ਹਾਰੀ ਪਾਰਕ ਬਣਿਆ, ਉਹ ਵੀ ਕਿੰਗਸਲੈਂਡ 'ਚ ਬਣਾਇਆ ਗਿਆ, ਕਿਉਂਕਿ ਉਹਨਾਂ ਦੀ ਜ਼ਮੀਨ ਸੀ। ਸੋ ਉਹ ਇੱਥੇ ਆਏ, ਉਹਨਾਂ ਨੇ ਬੜੀ ਮਿਹਨਤ ਕੀਤੀ। ਉਸ ਤੋਂ ਬਾਅਦ ਹੋਰ ਫੈਮਲੀਆਂ ਆਉਣੀਆਂ ਸ਼ੁਰੂ ਹੋ ਗਈਆਂ, ਪਰ ਉਹਨਾਂ ਨੇ ਇੱਥੇ ਨੀਂਹ ਰੱਖੀ ਸੀਗੀ ਜਿਹੜੀ ਪੰਜਾਬੀਆਂ ਦੀ, ਜਿਹਨੂੰ ਆਪਾਂ ਕਹਿ ਸਕਦੇ ਹਾਂ। ਅੱਜ ਵੀ ਉਹਨਾਂ ਦੇ ਜਿਹੜੀਆਂ ਅਗਲੀਆਂ ਜਨਰੇਸ਼ਨਸ ਆ, ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਗ੍ਰੇਟ ਗ੍ਰੈਂਡ ਕਿਡਸ ਨੂੰ ਕੈਲਗਰੀ 'ਚ ਰਹਿ ਰਹੇ ਨੇ, ਉਹਨਾਂ ਦੀ ਹਜੇ ਵੀ ਇੱਥੇ ਡਵਿੰਟਨ ਏਰੀਆ ਵਗੈਰਾ ਦੇ ਵਿੱਚ ਜ਼ਮੀਨਾਂ ਹੈਗੀਆਂ ਨੇ। ਹਾਂਜੀ, ਇਸ ਵਕਤ ਪੰਜਾਬੀਆਂ ਦੀ ਸਥਿਤੀ ਕੀ ਹੈ? ਪੂਰੇ ਐਡਮਿੰਟਨ ਦੀ ਗੱਲ ਕਰੀਏ, ਕੈਲਗਰੀ ਦੀ ਗੱਲ ਕਰੀਏ, ਸਿਚੁਏਸ਼ਨ ਕੀ ਹੈ ਪੰਜਾਬੀਆਂ ਦੀ? ਦੇਖੋ ਜੀ, ਅਸੀਂ ਪੰਜਾਬੀ ਕਿਤੇ ਵੀ ਚਲੀ ਜਾਣ, ਅਸੀਂ ਸਕਸੈਸਫੁਲ ਹੁੰਦੇ ਹਾਂ। ਇਹ ਸਾਨੂੰ ਜਿੱਦਾਂ ਸਾਡੇ ਬਲੱਡ ਦੇ ਵਿੱਚ ਹੀ ਆ ਕਿ ਅਸੀਂ ਕੋਈ ਵੀ ਕੰਮ ਹੋਵੇ, ਅਸੀਂ ਉਹ ਕਰਨ ਨੂੰ ਡਰਦੇ ਨਹੀਂ ਗੇ। ਖਾਸ ਕਰ ਜਦੋਂ ਜਿਹਦੇ ਵਿੱਚ ਮਤਲਬ ਹੋਵੇ ਕਿ ਮਿਹਨਤ ਕਰਕੇ ਫਲ ਮਿਲ ਸਕਦਾ, ਕਿਉਂਕਿ ਇੱਕ ਤਾਂ ਸਾਡਾ ਕਲਚਰ ਹੀ ਇੱਦਾਂ ਦਾ ਰਿਹਾ ਕਿ ਹਾਰਡ ਵਰਕ ਅਸੀਂ ਕਰਨਾ ਸਿੱਖੇ ਹੋਏ ਹਾਂ। ਦੂਸਰੀ ਗੱਲ ਇਹ ਆ ਕਿ ਸਾਨੂੰ ਮਤਲਬ ਸਕਸੈਸ ਜਿਹੜੀ ਆ, ਉਹ ਕਈ ਵਾਰ ਕਹਿੰਦੇ ਹੁੰਦੇ ਆ ਕਿ ਕਿਸੇ ਨੂੰ ਦਿੱਤੀ ਹੁੰਦੀ ਆ ਗੁੜਤੀ ਦੇ ਵਿੱਚ, ਸਾਨੂੰ ਪੰਜਾਬੀਆਂ ਨੂੰ ਇਹ ਮਿਲੀ ਹੋਈ ਆ।
ਤੇ ਇਸ ਕਰਕੇ ਜੇ ਅਸੀਂ ਕੈਲਗਰੀ ਅਲਬਰਟਾ ਦੇ ਵਿੱਚ ਦੇਖ ਲਈਏ ਤੇ ਇਸ ਵਕਤ ਪੰਜਾਬੀ ਜਿਹੜੀ ਕਮਿਊਨਿਟੀ ਹੈਗੀ ਆ ਇਟਸ ਵੈਰੀ ਵੈਰੀ ਸਟਰੋਂਗ। ਤੇ ਚਾਹੇ ਉਹ ਐਂਟਰਪ੍ਰੈਨਿਓਰਸ ਹੋਣ, ਚਾਹੇ ਮਤਲਬ ਕੋਈ ਹੋਰ ਬਿਜ਼ਨਸ ਹੈਗਾ, ਚਾਹੇ ਅਸੀਂ ਪੋਲੀਟਿਕਸ ਹੀ ਦੇਖ ਲਈਏ, ਤੇ ਚਾਹੇ ਕੋਈ ਹੋਰ ਕਾਰਪੋਰੇਟ ਜੌਬਸ ਹੈਗੀਆਂ, ਤੇ ਪੰਜਾਬੀ ਜਿਹੜੇ ਸੈਕੰਡ ਥਰਡ ਜਨਰੇਸ਼ਨਸ ਇੱਥੇ ਬਹੁਤ ਤਰੱਕੀਆਂ ਕਰ ਰਹੀਆਂ ਨੇ। ਤੇ ਪੰਜਾਬੀਆਂ ਦੀ ਜਿਹੜਾ ਜਿਹਨੂੰ ਕਹਿ ਸਕਦੇ ਹਾਂ ਖਾਸ ਕਰ ਜੇ ਆਪਾਂ ਕਰੀਏ ਹੁਣ ਤਾਂ ਅਲਬਰਟਾ ਦੇ ਵਿੱਚ ਸਿੱਖ ਹੈਰੀਟੇਜ ਮੰਥ ਵੀ ਮਨਾਇਆ ਜਾਂਦਾ। ਸੋ ਇਹ ਐਗਜ਼ਾਮਪਲਸ ਨੇ ਕਿ ਪੰਜਾਬੀਆਂ ਨੇ ਇੱਥੇ ਆ ਕੇ ਕਿੰਨਾ ਕੰਟਰੀਬਿਊਟ ਕੀਤਾ ਅਲਬਰਟਾ ਨੂੰ, ਕਿੰਨਾ ਅਲਬਰਟਾ ਦੀ ਜਿਹੜੀ ਖੁਸ਼ਹਾਲੀ ਲਈ, ਅਲਬਰਟਾ ਦੀ ਤਰੱਕੀ ਦੇ ਲਈ ਉਹਦੇ ਵਿੱਚ ਯੋਗਦਾਨ ਪਾਇਆ। ਜਿੱਦਾਂ ਮੈਂ ਪਹਿਲਾਂ ਕਿਹਾ, ਚਾਹੇ ਉਹ ਸਿਆਸਤ ਸੀ, ਚਾਹੇ ਉਹ ਸੋਸ਼ਲੀ ਸੀ, ਚਾਹੇ ਇਕਨੋਮਿਕਲੀ ਸੀ। ਸੋ ਇਹ ਟੈਸਟਮੈਂਟ ਆ ਕਿ ਅਸੀਂ ਪੰਜਾਬੀ ਲੋਕ ਕਿਤੇ ਵੀ ਜਾਈਏ, ਸਾਨੂੰ ਅਪਰਚੁਨਿਟੀ ਮਿਲੇ ਤਾਂ ਅਸੀਂ ਵਰਕ ਹਾਰਡ ਕਰਕੇ ਕੁਛ ਵੀ ਕਰ ਸਕਦੇ ਹਾਂ। ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕਰਦੇ ਹਾਂ, ਕਿਉਂਕਿ ਜਦੋਂ ਆਪਾਂ ਉੱਥੋਂ ਭਾਰਤ ਵਿੱਚ ਬੈਠੇ, ਪੰਜਾਬ 'ਚ ਬੈਠੇ, ਜਾਂ ਦੁਨੀਆ ਦੇ ਕਿਸੇ ਹੋਰ ਹਿੱਸੇ 'ਚ ਬੈਠੇ ਆਪਣੇ ਬੱਚਿਆਂ ਨੂੰ ਕੈਨੇਡਾ ਵੱਲ ਤੋਰਨ ਲੱਗਦੇ ਹਾਂ, ਅਤੇ ਅਕਸਰ ਅਸੀਂ ਨਕਸ਼ਾ ਦੇਖਦੇ ਹਾਂ, ਇੱਥੇ ਵੀ ਵੱਡੀ ਗਿਣਤੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਆਉਂਦੇ ਨੇ। ਤੁਸੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜੇ ਇੱਥੇ ਪਹੁੰਚਣ ਦੇ ਵਿੱਚ ਉਹਨਾਂ ਦੀ ਜੋਬ ਓਪਰਚੁਨਿਟੀਜ਼ ਕੀ ਹੈਗੀਆਂ ਨੇ, ਕੀ ਕੰਮ ਉੱਥੇ ਮਿਲ ਸਕਦੇ ਆ ਜੇ ਕਿਸੇ ਨੇ ਕੋਰਸਿਸ ਵਿੱਚ ਆਉਣਾ? ਦੇਖੋ ਜੀ, ਕੈਨੇਡਾ ਜਿੱਦਾਂ ਮੈਂ ਕਿਹਾ, ਕੈਨੇਡਾ ਓਵਰਆਲ ਅਲਬਰਟਾ ਵੀ ਤੇ ਕੈਨੇਡਾ ਇਜ਼ ਅ ਲੈਂਡ ਆਫ ਓਪਰਚੁਨਿਟੀ। ਜੇ ਤੁਹਾਡਾ ਜਿਹਨੂੰ ਕਹਿ ਸਕਦੇ ਹਾਂ ਮਿਸ਼ਨ ਸਹੀ ਆ, ਵਿਜ਼ਨ ਸਹੀ ਆ, ਤੁਸੀਂ ਹਾਰਡ ਵਰਕ ਕਰਦੇ ਹੋ, ਤੁਸੀਂ ਕੈਨੇਡਾ ਦੇ ਵਿੱਚ, ਅਲਬਰਟਾ ਦੇ ਵਿੱਚ ਕਿਤੇ ਵੀ ਫੇਲ ਨਹੀਂ ਹੋ ਸਕਦੇ। ਖਾਸ ਕਰ ਅਲਬਰਟਾ ਦੇ ਵਿੱਚ ਤਾਂ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਆਇਲ ਐਂਡ ਗੈਸ ਸੈਕਟਰ ਬਹੁਤ ਸਟਰੋਂਗ ਆ। ਚਲੋ ਹੁਣ ਤਾਂ ਡਿਪਰੈਸ ਹੋਇਆ ਵਾ, ਪਰ ਇਵੈਂਚੁਅਲੀ ਤਾਂ ਰਿਕਵਰ ਹੋਊਗਾ ਹੀ। ਅਤੇ ਓਪਰਚੁਨਿਟੀਜ਼ ਜੇ ਤਾਂ ਤੁਸੀਂ ਆ ਰਹੇ ਹੋ ਤੇ ਓਪਰਚੁਨਿਟੀਜ਼ ਬਹੁਤ ਨੇ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ, ਰਾਈਟ। ਜੇ ਜਿੱਦਾਂ ਆਪਾਂ ਕਹਿ ਲਈਏ ਆਇਲ ਐਂਡ ਗੈਸ ਤਾਂ ਹੈਗਾ ਹੀ ਆ, ਫਿਰ ਉਸ ਦੇ ਨਾਲ ਇੱਥੇ ਜਿੱਦਾਂ ਐਗਰੀਕਲਚਰ ਸੈਕਟਰ ਵੀ ਹੈਗਾ ਵਾ, ਹੌਲੀ ਹੌਲੀ ਜਿਹੜੀ IT ਸੈਕਟਰ ਉਹ ਵੀ ਸਟਰੋਂਗ ਹੋ ਰਿਹਾ ਵਾ, ਐਡਵਾਂਸ ਟੈਕਨੋਲੋਜੀਜ਼ ਵੱਲ ਧਿਆਨ ਦਿੱਤਾ ਜਾ ਰਿਹਾ ਵਾ। ਸੋ ਓਪਰਚੁਨਿਟੀਜ਼ ਹੈਗੀਆਂ ਨੇ, ਪਰ ਜਿੱਦਾਂ ਮੈਂ ਕਿਹਾ ਕਿ ਇੰਟੈਂਸ਼ਨ ਤੁਹਾਡੀ ਕੀ ਆ। ਜੇ ਤੁਸੀਂ ਆ ਰਹੇ ਹੋ, ਯੂਨੀਵਰਸਿਟੀਜ਼ ਦੇਖ ਲਓ, ਸਾਡੇ ਕੋਲ ਵਨ ਆਫ ਦ ਬੈਸਟ ਯੂਨੀਵਰਸਿਟੀਜ਼ ਆ, ਯੂਨੀਵਰਸਿਟੀ ਆਫ ਅਲਬਰਟਾ, ਯੂਨੀਵਰਸਿਟੀ ਆਫ ਕੈਲਗਰੀ, ਮਾਊਂਟ ਰੋਲ ਯੂਨੀਵਰਸਿਟੀ, ਯੂਨੀਵਰਸਿਟੀ ਆਫ ਲੈਥਬ੍ਰਿਜ, ਟੌਪ ਨੌਚ ਰਿਸਰਚ ਯੂਨੀਵਰਸਿਟੀਜ਼ ਨੇ ਜਿਨ੍ਹਾਂ ਨੇ, ਜਿੱਦਾਂ ਅਸੀਂ ਬਿਚੂਮਨ ਦੀ ਗੱਲ ਕਰੀਏ, ਸੈਗਡੀ ਰਿਸਰਚ ਇੱਥੋਂ ਆਈ ਆ। ਈਵਨ ਜਿਹੜਾ ਸਾਡੇ ਜਿੱਦਾਂ ਮੈਡੀਕਲ ਫੀਲਡ ਆ ਉਹਦੇ ਵਿੱਚ ਵੀ, ਜੇ ਤਾਂ ਤੁਸੀਂ ਮਤਲਬ ਇੰਟਰਨੈਸ਼ਨਲ ਸਟੂਡੈਂਟਸ ਆ ਰਹੇ ਆ ਕਿ ਉਹਨਾਂ ਦਾ ਮਕਸਦ ਹੈਗਾ ਕਿ ਮੈਂ ਆ ਕੇ ਐਜੂਕੇਸ਼ਨ ਲੈਣੀ ਆ ਅਤੇ ਮੈਂ ਆਪਣਾ ਕਰੀਅਰ ਐਜੂਕੇਸ਼ਨ ਬੇਸਡ ਆ ਉਹਨੂੰ ਫੋਲੋ ਕਰਨਾ, ਲਾਟਸ ਆਫ ਓਪਰਚੁਨਿਟੀਜ਼। ਪਰ ਕਈ ਵਾਰ ਇੰਟਰਨੈਸ਼ਨਲ ਸਟੂਡੈਂਟਸ ਸਾਡੀਆਂ ਇੰਟੈਂਸ਼ਨ ਸਹੀ ਹੁੰਦੀਆਂ, ਪਰ ਕਈ ਵਾਰ ਸਾਡੀ ਸਿਚੁਏਸ਼ਨ ਉੱਦਾਂ ਦੀ ਹੁੰਦੀ ਆ ਕਿ ਸਾਨੂੰ ਅਲਾਓ ਨਹੀਂ ਹੁੰਦਾ ਕਿ ਅਸੀਂ ਜਿਹੜਾ ਕਰੀਅਰ ਫੋਲੋ ਕਰਨਾ ਉਹਨੂੰ ਕਰ ਸਕੀਏ। ਕਿਉਂਕਿ ਇੱਕ ਤਾਂ ਕਈ ਵਾਰ ਇਹ ਹੁੰਦਾ ਕਿ ਮੋਨੀਟਰੀ ਸਾਡੇ ਕੋਲ ਪੈਸੇ ਮਤਲਬ ਲਿਮਿਟੇਸ਼ਨਸ ਹੋ ਜਾਂਦੀਆਂ, ਕਈ ਲੋਨ ਲੈ ਕੇ ਆਉਂਦੇ ਆ, ਫਿਰ ਕਈ ਵਾਰ ਫੈਮਿਲੀ ਇਸ਼ੂਜ਼ ਹੁੰਦੇ ਆ। ਜੇ ਉਹ ਨਹੀਂ ਤਾਂ ਹੋਰ ਵੀ ਜੌਬਸ ਜਿਹੜੀਆਂ ਹੈਗੀਆਂ ਵਾ, ਚਾਹੇ ਟਰੱਕਿੰਗ ਇੰਡਸਟਰੀ ਹੋਵੇ, ਚਾਹੇ ਕੰਸਟਰਕਸ਼ਨ ਇੰਡਸਟਰੀ ਹੋਵੇ, ਉਹਦੇ 'ਚ ਬਹੁਤ ਜੌਬਸ ਨੇ। ਐਜ਼ ਲੌਂਗ ਐਜ਼ ਜਿੱਦਾਂ ਮੈਂ ਕਿਹਾ ਤੁਹਾਡੀ ਇੰਟੈਂਸ਼ਨਸ ਬਿਲਕੁਲ ਸਾਫ਼ ਨੇ ਅਤੇ ਤੁਸੀਂ ਹਾਰਡ ਵਰਕ ਕਰਨੋਂ ਨਹੀਂ ਡਰਦੇ। ਅੱਛਾ, ਹੁਣ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਬੱਚਿਆਂ ਨੂੰ ਮਿਲਣ ਆਉਂਦੇ ਆ, ਪਰ ਉਹ ਕਈ ਵਾਰ ਜਾਂ ਤਾਂ ਟੋਰਾਂਟੋ ਤੱਕ ਸੀਮਤ ਹੋ ਕੇ ਰਹਿ ਜਾਂਦੇ ਆ, ਜਾਂ ਵੈਨਕੂਵਰ ਤੱਕ ਸੀਮਤ ਹੋ ਕੇ ਰਹਿ ਜਾਂਦੇ ਆ, ਅਤੇ ਅਲਬਰਟਾ ਵਾਲੇ ਪਾਸੇ ਆਉਣੋਂ ਰਹਿ ਜਾਂਦੇ ਆ। ਅਲਬਰਟਾ 'ਚ ਜੇ ਕਿਸੇ ਨੂੰ ਆਪਾਂ ਕਹਿਣਾ ਹੋਵੇ ਕਿ ਘੁੰਮਣ ਵਾਸਤੇ ਅਲਬਰਟਾ ਬਹੁਤ ਖੂਬਸੂਰਤ ਆ, ਇੱਥੋਂ ਦੀਆਂ ਕੁਝ ਥਾਵਾਂ ਦੇ ਨਾਂ ਸਾਂਝੇ ਕਰ ਦਿਓ ਤਾਂ ਉੱਥੋਂ ਦੀ ਖਾਸੀਅਤ ਜੇ ਦੱਸ ਸਕੋ ਤੇ ਕਮਾਲ ਹੀ ਹੋ ਜੇ। ਹਾਂਜੀ, ਨਹੀਂ ਬਿਲਕੁਲ। ਦੇਖੋ, ਅਲਬਰਟਾ ਪਹਿਲੀ ਗੱਲ ਤਾਂ ਕੈਲਗਰੀ ਇਜ਼ ਅ ਗੇਟਵੇ ਟੂ ਆਰ ਰੌਕੀਜ਼, ਠੀਕ ਹੈ ਨਾ। ਕੈਲਗਰੀ ਇਜ਼ ਇਨ ਦ ਫੁੱਟ ਹਿਲਸ ਆਫ ਦ ਰੌਕੀਜ਼, ਸੋ ਰੌਕੀਜ਼ ਆਰ ਮੈਜੈਸਟਿਕ। ਜਿਹੜੇ ਬੰਦਿਆਂ ਨੇ ਮਤਲਬ ਰੌਕੀਜ਼ ਦੇਖੇ ਆ ਉਹ ਦੱਸ ਸਕਦੇ ਆ ਵੀ ਇਹਨੂੰ ਡਿਫਾਈਨ ਕਰਨਾ ਵਰਡਸ ਦੇ ਵਿੱਚ ਡਿਫਾਈਨ ਨਹੀਂ ਹੋ ਸਕਦੇ ਜਦ ਤੱਕ ਤੁਸੀਂ ਦੇਖੇ ਨਹੀਂ। ਸੋ ਪਹਿਲੀ ਗੱਲ ਤਾਂ ਇਹ ਆ, ਜੇ ਤੁਸੀਂ ਆਉਂਦੇ ਹੋ ਮਤਲਬ ਜੇ ਤੁਸੀਂ ਈਸਟ ਤੋਂ ਆ ਰਹੇ ਹੋ, ਮੈਡੀਸਨ ਹੈਟ ਆਉਂਦਾ। ਮੈਡੀਸਨ ਹੈਟ ਦੇ ਵਿੱਚ ਜਿਹੜੀ ਗੈਸ ਅਲਬਰਟਾ ਦੇ ਵਿੱਚ ਫਾਈਂਡ ਹੋਈ ਸੀ, ਮੈਡੀਸਨ ਹੈਟ ਦੇ ਵਿੱਚ ਹੋਈ ਸੀਗੀ। ਮੈਡੀਸਨ ਹੈਟ ਦਾ ਜਿਹੜਾ ਨਾਮ ਆ ਉਹ ਵੀ ਇੰਡੀਜਨਸ ਨਾਮ ਦਿੱਤੇ ਆ। ਸੋ ਉੱਥੇ ਮਿਊਜ਼ੀਅਮ ਹੈਗੇ ਆ ਦੇਖਣ ਨੂੰ। ਉਸ ਤੋਂ ਬਾਅਦ ਤੁਸੀਂ ਆ ਜਾਂਦੇ ਹੋ ਗਲੀਸ਼ੀਅਨ ਦੇ ਵਿੱਚੋਂ ਲੰਘੋਗੇ, ਉੱਥੇ ਜਿੱਦਾਂ ਆਪਾਂ ਪਹਿਲਾਂ ਕਿਹਾ ਸਿੱਕਾ ਰਿਜ਼ਰਵ ਹੈਗਾ, ਉਹ ਵੀ ਦੇਖ ਸਕਦੇ ਹੋ। ਫਿਰ ਉਸ ਤੋਂ ਬਾਅਦ ਕੈਲਗਰੀ ਦੇ ਵਿੱਚ ਤਾਂ ਬਹੁਤ ਕੁਛ ਆ। ਕੈਲਗਰੀ ਦੇ ਵਿੱਚ ਆਪਾਂ ਗਲੈਨਬੋ ਮਿਊਜ਼ੀਅਮ ਆ, ਕੈਨੇਡਾ ਓਲੰਪਿਕ ਪਾਰਕ ਆ। 1988 ਦੇ ਵਿੱਚ ਕੈਨੇਡਾ ਦੇ ਵਿੱਚ ਕੈਲਗਰੀ ਦੇ ਵਿੱਚ ਵਿੰਟਰ ਓਲੰਪਿਕਸ ਹੋਈਆਂ ਸੀ, ਉਹਦੀ ਲੈਗੇਸੀ ਆ। ਓਲੰਪਿਕ ਓਵਲ ਆ, ਕੈਲਗਰੀ ਜ਼ੂ ਆ, ਕੈਲਗਰੀ ਟਾਵਰ ਆ। ਵੈਸਟਰਨ ਕੈਨੇਡਾ ਦੇ ਵਿੱਚ ਸਭ ਨੂੰ ਲੰਬੀ ਉੱਚੀ ਬਿਲਡਿੰਗ, ਹੁਣ ਪਹਿਲਾਂ ਬੋ ਹੁੰਦੀ ਸੀ, ਹੁਣ ਬਰੁਕਫੀਲਡ ਟਾਵਰ ਆ, ਉਹ ਦੇਖ ਸਕਦੇ ਹੋ। ਬੋਟੈਨੀਕਲ ਜਿਹੜੇ ਗਾਰਡਨਸ ਨੇ। ਫਿਰ ਅਸੀਂ ਇੱਥੋਂ ਥੋੜ੍ਹਾ ਅੱਗੇ ਜਾ ਕੇ ਡਰਮ ਹੈਲਰ ਚਲੇ ਜਾਂਦੇ ਹਾਂ, ਜਿੱਥੇ
ਰੋਇਲ ਟਰਲ ਮਿਊਜ਼ੀਅਮ ਆ ਡਾਇਨਾਸੌਰਸ ਦਾ ਐਡਮਿੰਟਨ ਦੇ। ਫਿਰ ਕੈਲਗਰੀ ਦੀ ਸਟੈਂਪੀਡ ਕਿੱਦਾਂ ਮਿਸ ਕਰ ਸਕਦੇ ਆ? ਸਟੈਂਪੀਡ ਦੀ ਦੇਖੀ ਤਾਂ ਕੈਲਗਰੀ ਨਹੀਂ ਦੇਖਿਆ। ਉਹ ਕਹਿੰਦੇ ਹੁੰਦੇ ਆ ਜੇ ਲਾਹੌਰ ਨਹੀਂ ਦੇਖਿਆ ਤਾਂ ਬੰਦਾ ਜੰਮਿਆ ਨਹੀਂ, ਜੇ ਕੈਲਗਰੀ ਦੀ ਸਟੈਂਪੀਡ ਨਹੀਂ ਦੇਖੀ ਤੇ ਕੈਲਗਰੀ ਦੇਖਿਆ ਹੀ ਕੀ। ਤੇ ਫਿਰ ਤੁਸੀਂ ਐਡਮਿੰਟਨ ਜਾ ਸਕਦੇ ਹੋ, ਉੱਥੇ ਕੌਨਡਾਈਕਸ ਡੇਜ਼ ਨੇ। ਫਿਰ ਜਿਹੜੀ ਵੈਸਟ ਐਡਮਿੰਟਨ ਮਾਲ ਆ ਜਿਹੜੀ 1981 ਦੇ ਵਿੱਚ 119 ਏਕੜਸ ਦੇ ਵਿੱਚ ਬਣੀ ਸੀ, ਉਹ ਦੇਖ ਸਕਦੇ ਹੋ ਤੁਸੀਂ। ਉੱਥੇ ਕਾਮਨਵੈਲਥ ਗੇਮਸ ਹੋਈਆਂ ਸੀ 1978 ਦੇ ਵਿੱਚ, ਕਾਮਨਵੈਲਥ ਸਟੇਡੀਅਮ ਹੈਗਾ। ਸੋ ਫਿਰ ਤੁਸੀਂ ਉੱਥੋਂ ਘੁੰਮ ਕੇ ਜਿੱਦਾਂ ਜੈਸਪਰ ਇਜ਼ ਜਸਟ ਮੈਜੈਸਟਿਕ ਹੈ ਨਾ, ਉੱਥੇ ਬਹੁਤ ਕੁਛ ਹੈਗਾ। ਗੰਡੋਲਾਸ ਹੈਗੇ ਆ, ਫਿਰ ਉੱਥੇ ਸਕੀਇੰਗ ਕਰ ਸਕਦੇ ਹੋ, ਹਾਈਕਿੰਗ ਕਰ ਸਕਦੇ ਹੋ, ਕੈਂਪਿੰਗ ਕਰ ਸਕਦੇ ਹੋ। ਫਿਰ ਘੁੰਮਦੇ ਘੁਮਾਉਂਦੇ ਆਪਾਂ ਬੈਂਫ ਵੱਲ ਜਾਂਦੇ ਹਾਂ। ਬੈਂਫ ਤਾਂ ਬਾਲੀਵੁੱਡ ਦੀਆਂ ਕਈ ਮੂਵੀਆਂ ਉੱਥੇ ਸ਼ੂਟ ਹੋਈਆਂ ਨੇ। ਜਿਹੜੀ ਆਪਣੀ ਲੇਕ ਮਿਨੇਵਾਂਕਾ ਹੈਗੀ ਆ ਉਹਦੇ ਤੇ ਜਿੱਦਾਂ ਤੁਸੀਂ ਕਿਹਾ ਸਲਫਰ ਮਾਊਂਟੇਨ ਆ, ਉੱਥੇ ਰੰਡਲ ਮਾਊਂਟੇਨ ਆ। ਜਦੋਂ ਅਸੀਂ ਬੈਂਫ 'ਚ ਵੜਦੇ ਹੈਗੇ ਆ, ਉੱਥੇ ਪਹਿਲਾ ਹੀ ਵੱਡਾ ਮਾਊਂਟੇਨ ਸਾਨੂੰ ਰੰਡਲ ਮਾਊਂਟੇਨ ਦਿਖਦਾ। ਰੰਡਲ ਮਾਊਂਟੇਨ ਦੀ ਵੀ ਹਿਸਟਰੀ ਇਹ ਹੈਗੀ, ਉਹ ਰੋਬਰਟ ਰੰਡਲ ਮਿਸ਼ਨਰੀ ਆਏ ਸੀ ਅਲਬਰਟਾ ਦੇ ਵਿੱਚ 1840 ਦੇ ਵਿੱਚ, ਉਹਨਾਂ ਦੇ ਨਾਂ 'ਤੇ ਆ। ਉਹਨਾਂ ਦੇ ਨਾਂ 'ਤੇ ਜਿੱਥੇ ਦੀ ਕੈਲਗਰੀ ਬੈਠੇ ਆ, ਇੱਥੇ ਏਰੀਆ ਰੰਡਲ ਉਹ ਵੀ ਉਹਨਾਂ ਦੇ ਨਾਂ 'ਤੇ ਆ। ਅਤੇ ਐਡਮਿੰਟਨ 'ਚ ਵੀ ਰੰਡਲ ਕ੍ਰੀਕ ਏਰੀਆ ਉਹਨਾਂ ਦੇ ਨਾਂ 'ਤੇ ਆ। ਐਨੀਵੇਜ਼ ਤੁਸੀਂ ਉਹ ਦੇਖ ਸਕਦੇ ਹੋ। ਮਿਨੇਵਾਂਕਾ ਦੇਖੋ, ਫਿਰ ਗੰਡੋਲਾ ਲੈ ਕੇ ਤੁਸੀਂ ਜਾ ਸਕਦੇ ਹੋ ਉੱਤੇ। ਫਿਰ ਜਿਹੜੇ ਉਹ ਹੌਟ ਜਿਹਨੂੰ ਕਹਿ ਸਕਦੇ ਆ ਫਾਊਂਟੇਨਸ ਹੈਗੇ ਆ। ਸੋ ਬਹੁਤ ਕੁਛ ਹੈਗਾ। ਜੇ ਤੁਸੀਂ ਜਿਹਨੂੰ ਕਹਿ ਸਕਦੇ ਆ ਨਾ ਕਿ ਜੇ ਤੁਸੀਂ ਮਤਲਬ ਆਊਟਡੋਰ ਪਰਸਨ ਹੋ, ਫਿਰ ਅਲਬਰਟਾ ਬਹੁਤ। ਫਿਰ ਜੇ ਸਾਊਥ ਚਲੀ ਜਾਈਏ, ਵਾਟਰਟਨ ਪਾਰਕ ਹੈਗਾ। ਅਤੇ ਉੱਥੇ ਹੁਣ ਮੈਨੂੰ ਹੋਟਲ ਦਾ ਨਾਂ ਨਹੀਂ ਯਾਦ ਆ ਰਿਹਾ, ਬਹੁਤ ਮਜੈਸਟਿਕ ਹੋਟਲ ਆ। ਅਤੇ ਉਹਦੇ ਵਿੱਚ ਰਹਿਣਾ ਹੀ ਇੱਕ ਬਹੁਤ ਵੱਡਾ ਐਕਸਪੀਰੀਅੰਸ ਆ, ਇੰਜੋਏ ਕਰਨਾ ਉਹਦੇ ਵਿੱਚ। ਸੋ ਇਹ ਸਾਰੀਆਂ ਚੀਜ਼ਾਂ ਹਾਂਜੀ ਹੈਗੀਆਂ ਵਾ। ਅਤੇ ਜੇ ਕੋਈ ਹੋਰ ਜੇ ਕੋਈ ਜ਼ਿਆਦਾ ਹੀ ਮਤਲਬ ਵਿਲਡਰਨੈਸ ਨੂੰ ਲਾਈਕ ਕਰਦਾ, ਅਸੀਂ ਤਾਂ ਨੂੰ ਨੌਰਥ ਨੂੰ ਜਾ ਸਕਦੇ ਹਾਂ, ਥਬਾਸਕਾ, ਲਾ ਕਲਬੇਸ਼ ਉੱਧਰ। ਅਤੇ ਉੱਥੇ ਸਪਟੈਂਬਰ ਤੋਂ ਬਾਅਦ ਜਿਹੜਾ ਹੰਟਿੰਗ ਸੀਜ਼ਨ ਆ ਉਹਨੂੰ ਬਹੁਤ ਲੋਕ ਇੰਜੋਏ ਕਰਦੇ ਆ। ਸੋ ਦੇਰ ਇਜ਼ ਲੋਟਸ ਟੂ ਸੀ ਇਨ ਅਲਬਰਟਾ। ਲਾਸਟ ਵਿੱਚ ਆਪਾਂ ਗੱਲ ਕਰਦੇ, ਫਿਰ ਜੇ ਤੁਹਾਨੂੰ ਲੱਗਦਾ ਹੋਵੇਗਾ ਕੋਈ ਗੱਲ ਰਹਿ ਗਈ ਤਾਂ ਉਹ ਤੁਸੀਂ ਆਪ ਦੱਸ ਦਿਓ। ਸਿਆਸੀ ਤੌਰ 'ਤੇ ਅਲਬਰਟਾ ਦਾ ਰੋਲ ਪੂਰੇ ਕੈਨੇਡਾ ਵਿੱਚ ਕੀ ਰਿਹਾ? ਬਹੁਤ ਥੋੜ੍ਹੇ ਸ਼ਬਦਾਂ ਵਿੱਚ ਦੱਸਿਓ। ਸਿਆਸੀ ਤੌਰ 'ਤੇ ਕੀ ਸੁਭਾਅ ਹੈ ਅਲਬਰਟਨਸ ਦਾ? ਦੇਖੋ ਜੀ, ਅਲਬਰਟਨਸ ਆਪਦੇ ਆਪ ਨੂੰ ਜਿਹੜਾ ਕਈ ਵਾਰ ਦੇਖਿਆ ਜਾਂਦਾ ਕਿ ਇੱਕ ਵਰਡ 'ਚ ਤੁਸੀਂ ਆਪਦੇ ਆਪ ਨੂੰ ਕਿੱਦਾਂ ਡਿਫਾਈਨ ਕਰ ਸਕਦੇ ਹੋ, ਤਾਂ ਮੋਸਟਲੀ ਅਲਬਰਟਨ ਕਹਿੰਦੇ ਵੀ ਆਰ ਮੈਵਰਿਕਸ। ਠੀਕ ਹੈ ਨਾ, ਕਿ ਵੀ ਅਸੀਂ ਜਿਹੜਾ ਸਟੇਟਸ ਕੋ ਆ ਉਹਨੂੰ ਜ਼ਿਆਦਾਤਰ ਐਕਸੈਪਟ ਨਹੀਂ ਕਰਦੇ, ਖਾਸ ਕਰ ਜਿਹੜਾ ਈਸਟ ਤੋਂ ਆਉਂਦਾ ਵਾ। ਅਲਬਰਟਨਸ ਦੀ ਜਿਹੜੀ ਜ਼ਿਆਦਾ ਸਾਈਕੀ ਮੈਂ ਦੇਖੀ ਆ ਕਿ ਵੀ ਆਰ ਫਰੀਡਮ ਲਵਰਸ ਹੈ ਨਾ। ਅਤੇ ਵੀ ਆਰ ਸਮਟਾਈਮਸ ਜਿਹੜਾ ਕਈ ਵਾਰ ਕਿਹਾ ਜਾਂਦਾ ਕਾਊਬਸ਼ ਐਟੀਟਿਊਡ ਹੈਗਾ ਵਾ, ਕਿ ਸਾਡਾ ਇਹ ਆ ਵੀ ਲੈਟਸ ਗੈਟ ਇਟ ਡਨ। ਅਤੇ ਥੋੜ੍ਹਾ ਜਿਹਾ ਮੈਂ ਦੱਸ ਦਿੰਦਾ, ਜਿਹੜੀ ਪੋਲੀਟੀਕਲੀ ਜਿਹੜੀ ਅਲਬਰਟਾ ਦੇ ਵਿੱਚ 1905 ਦੇ ਵਿੱਚ ਜਿਹੜੀ ਅਲਬਰਟਾ ਨੇ ਇੱਕ ਹੋਰ ਯੂਨੀਕ ਗੱਲ ਹੈਗੀ ਆ। ਅਲਬਰਟਾ ਇੱਕ ਐਸੀ ਪ੍ਰੋਵਿੰਸ ਹੈਗੀ ਆ ਜਿੱਥੇ ਅਸੀਂ ਪੋਲੀਟੀਕਲ ਡਾਇਨੈਸਟੀਜ਼ ਦੇਖੀਆਂ ਵਾ। 1905 ਦੇ ਵਿੱਚ ਜਿਹੜੀ ਅਲਬਰਟਾ ਦੀ ਪਹਿਲੀ ਸਰਕਾਰ ਬਣੀ, ਉਹ ਅਲਬਰਟਾ ਲਿਬਰਲ ਸੀਗੇ, ਅਲੈਗਜ਼ੈਂਡਰ ਰਦਰਫੋਰਡ ਦੀ, ਜਿਹੜੇ 1910 ਤੱਕ ਰਹੇ। 1910 ਦੇ ਵਿੱਚ ਉਹਨਾਂ ਨੂੰ ਛੱਡਣਾ ਪਿਆ ਉੱਦਾਂ, ਕਿਉਂਕਿ ਇੱਥੇ ਇੱਕ ਸਕੈਂਡਲ ਹੋ ਗਿਆ ਸੀਗਾ ਰੇਲਵੇ ਦਾ, ਅਤੇ ਉਹਦੇ ਕਰਕੇ। ਅਤੇ ਉਦੋਂ ਬਾਅਦ ਆਰਥਰ ਸਿਫਟਨ ਆਏ। ਉਸ ਤੋਂ ਬਾਅਦ 1917 ਦੇ ਵਿੱਚ ਫਿਰ ਲਿਬਰਲ ਚੁਣੀ ਗਈ, ਅਤੇ 1921 ਤੱਕ ਲਿਬਰਲ ਨੇ ਰਾਜ ਕੀਤਾ। ਉਸ ਤੋਂ ਬਾਅਦ ਯੂਨਾਈਟਿਡ UFA ਉਹਨਾਂ ਦੀ ਸਰਕਾਰ ਆਈ। ਗ੍ਰੀਨਫੀਲਡ ਉਹਨਾਂ ਦੇ ਪਹਿਲੇ ਹੈਕਟਰ ਗ੍ਰੀਨਫੀਲਡ ਪ੍ਰੀਮੀਅਰ ਸੀ। ਉਸ ਤੋਂ ਬਾਅਦ ਬਰਾਊਨਲੀ ਆਏ। ਫਿਰ 1935 ਦੇ ਵਿੱਚ ਇੱਕ ਭੁਚਾਲ ਆਇਆ ਜਿਹਨੇ ਡਿਫਾਈਨ ਕੀਤਾ ਅਲਬਰਟਾ ਦਾ ਜੋ ਅੱਜ ਦਾ ਵੀ ਫਿਊਚਰ ਆ ਪੋਲੀਟੀਕਲ ਸਾਈਕੀ ਤੋਂ। ਉਹ ਆਈ ਸੋਸ਼ਲ ਕ੍ਰੈਡਿਟ। ਵਿਲੀਅਮ ਏਬਰਹਾਰਟ, ਬਿੱਲੀ ਬਾਈਬਲ ਏਬਰਹਾਰਟ ਕਹਿੰਦੇ ਆ, ਉਹ ਪ੍ਰੀਮੀਅਰ ਬਣੇ। ਉਹਨਾਂ ਨੇ ਜਿਹੜੇ ਅਲਬਰਟਨਸ ਦੀ ਸਾਈਕੀ ਨੂੰ ਬਹੁਤ ਬਦਲਿਆ। ਮੈਂ ਦੱਸਣਾ ਚਾਹੂੰਗਾ ਕਿ ਜਿਹੜੇ ਸਾਡੇ ਕੋਲ ਤੇਲ ਤੋਂ ਸਾਨੂੰ ਪੈਸੇ ਮਿਲਦੇ ਨੇ, ਜਿਹਨੂੰ ਅਸੀਂ ਰੋਇਲਟੀਜ਼ ਕਹਿ ਦਿੰਦੇ ਹਾਂ, ਨੈਚੁਰਲ ਰਿਸੋਰਸਿਸ ਤੋਂ, ਜਾਂ ਜਿੱਦਾਂ ਵੁੱਡ ਵੇਚ ਕੇ, ਸਾਨੂੰ ਉਹ ਨਹੀਂ ਮਿਲੇ ਸੀ ਅਧਿਕਾਰ 1930 ਤੱਕ। ਅਤੇ ਅਲਬਰਟਾ ਬੜਾ ਡਿਸਗਰੰਟਲ ਸੀ। ਐਨੀਵੇਜ਼ 1935 ਸੋਸ਼ਲ ਕ੍ਰੈਡਿਟ ਦੀ ਸਰਕਾਰ ਆਈ ਤਾਂ ਅਵਨੀਤ ਜੀ ਉਹਨੇ ਅਲਬਰਟਨਸ ਦੀ ਸਾਈਕੀ ਬਦਲ ਦਿੱਤੀ ਕਿ ਜੀ ਵੀ ਆਰ ਡਿਫਰੈਂਟ ਦੈਨ ਈਸਟ। ਸਾਡੀਆਂ ਆਪਣੀਆਂ ਜ਼ਰੂਰਤ ਨੇ, ਸਾਡੀਆਂ ਆਪਣੀਆਂ ਮੰਗਾਂ ਨੇ, ਅਸੀਂ ਇੱਕ ਅਲੱਗ ਚੀਜ਼ ਆ, ਐਂਟੀਟੀਆਂ। ਸਾਨੂੰ ਸਿਰਫ ਤੁਸੀਂ ਇਸ ਕਰਕੇ ਯੂਜ਼ ਨਾ ਕਰੋ ਕਿ ਸਾਡੇ ਤੋਂ ਪੈਸਾ ਆਉਂਦਾ, ਸਾਡੇ ਤੋਂ ਤੁਹਾਨੂੰ ਕਣਕ ਮਿਲਦੀ ਆ। ਨੋ, ਸਾਡੀ ਵੀ ਆਪਣੀ ਆਇਡੈਂਟੀ ਆ। ਸੋ ਉਹ ਸੋਸ਼ਲ ਜਿਹੜੀ ਕ੍ਰੈਡਿਟ ਸੀਗੀ ਪਹਿਲਾਂ ਬਿੱਲੀ ਏਬਰਹਾਰਟ ਦੇ ਉੱਤੇ, ਉਹ ਇੱਕ ਰੇਡੀਓ ਪ੍ਰੀਚ ਕਰਦੇ ਹੁੰਦੇ ਸੀ ਬਾਈਬਲ ਦੇ ਉੱਤੇ। ਉਹਨਾਂ ਨੇ ਇੱਕ ਜਿਹੜਾ ਉਹ ਵੀ ਕੌਨਸੈਪਟ ਜਿਹੜੇ ਖਾਸ ਕਰ ਰੂਰਲ ਅਲਬਰਟਨਸ ਉਹਨਾਂ ਦੇ ਦਿਮਾਗ 'ਚ ਲੈ ਜਾਂਦਾ, ਇੱਕ ਉਹ ਜਿਹੜਾ ਕ੍ਰਿਸਚਨ ਬਿਬਲੀਕਲ ਕੌਨਸੈਪਟ, ਉਹਦੇ ਕਰਕੇ ਵੀ ਥੋੜ੍ਹਾ ਅਲਬਰਟਨਸ ਆਪਦੇ ਨੂੰ ਡਿਫਰੈਂਟ ਸੋਚਦੇ ਆ। ਸੋ ਉਹ ਰਹੇ ਪ੍ਰੀਮੀਅਰ ਆਪਣੇ 43 ਤੱਕ। ਉਸ ਤੋਂ ਬਾਅਦ ਇੱਕ ਹੋਰ ਬੰਦਾ ਆਇਆ ਜਿਹਨੇ ਫਿਰ ਅਲਬਰਟਾ ਦੀ ਸਾਈਕੀ ਨੂੰ ਡਿਫਾਈਨ ਕੀਤਾ, ਉਹ ਸੀਗਾ ਜੀ ਅਰਨੈਸਟ ਮੈਨਿੰਗ।
ਜਿਹੜੇ ਪ੍ਰੈਸਟਨ ਮੈਨਿੰਗ ਰਿਫਾਰਮ ਪਾਰਟੀ ਜਿਨ੍ਹਾਂ ਨੇ ਬਣਾਈ, ਉਹਨਾਂ ਦੇ ਪਿਤਾ ਜੀ, ਉਹਨਾਂ ਨੇ 25 ਸਾਲ ਪਲੱਸ ਉਹ ਪ੍ਰੀਮੀਅਰ ਰਹੇ, ਲੌਂਗੈਸਟ ਸਰਵਿੰਗ ਰੈਕਡ ਰਿਹਾ ਅੱਜ ਤੱਕ। ਤੇ ਉਹਨਾਂ ਨੇ 1968 ਤੱਕ ਰਹੇ ਉਹ ਪ੍ਰੀਮੀਅਰ, ਤੇ ਉਸ ਤੋਂ ਬਾਅਦ 3 ਸਾਲ ਆਪਣੇ ਹੈਰੀ ਸਟਰੋਮ ਰਹੇ। 71 ਦੇ ਵਿੱਚ ਫਿਰ ਇੱਕ ਭੁਚਾਲ ਆਇਆ। 71 ਦੇ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਪਾਵਰ 'ਚ ਆਈ, ਤੇ ਪੀਟਰ ਲੋਹਿਡ ਜਿਨ੍ਹਾਂ ਦੇ ਨਾਂ 'ਤੇ ਆਪਣੇ ਕੈਲਗਰੀ ਦੇ ਵਿੱਚ ਹਸਪੀਟਲ ਵੀ ਆ, ਉਹ ਪਾਵਰ ਦੇ ਵਿੱਚ ਆਏ। ਉਹਨਾਂ ਨੇ ਪੀਸੀ ਗਵਰਨਮੈਂਟ ਨੇ 2015 ਤੱਕ, 71 ਤੋਂ ਲੈ ਕੇ 15 ਤੱਕ ਰਾਜ ਕੀਤਾ। ਹਾਂਜੀ, ਇਹਨੂੰ ਪੋਲੀਟੀਕਲੀ ਇਹਨੇ ਅਲਬਰਟਾ ਨੂੰ ਡਿਫਾਈਨ ਕੀਤਾ, ਕਿਉਂਕਿ ਇਹ ਜਿਹੜਾ ਆਇਲ ਸਾਡੇ ਅਲਬਰਟਾ ਦੇ ਵਿੱਚ ਟਰਨਰ ਵੈਲੀ ਸਾਊਥ 'ਚ, ਉੱਥੇ 1914 'ਚ ਲੱਭ ਗਈ ਸਾਨੂੰ, ਪਰ ਜਿਹੜਾ ਅਸਲੀ ਮੰਨਿਆ ਜਾਂਦਾ ਉਹ ਲਡੂਕ 'ਚ 1947 'ਚ। ਐਨੀਵੇਜ਼ 71 ਤੋਂ ਲੈ ਕੇ 2015 ਤੱਕ ਇੰਨੇ ਬੂਮ ਐਂਡ ਬਸਟ ਆਏ ਅਲਬਰਟਾ ਦੇ ਵਿੱਚ ਆਇਲ ਸਾਈਕਲ ਦੇ ਨਾਲ, ਪਰ ਡਿਫਾਈਨ ਇਸ ਕਰਕੇ ਕੀਤਾ ਜਾਂਦਾ ਕਿ ਜਿਹੜਾ ਬੂਮ ਆਇਆ ਉਹਨੂੰ ਅਸੀਂ ਸੰਭਾਲ ਨਹੀਂ ਸਕੇ। ਤਾਂ ਹੀ ਜਿਹੜਾ ਅੱਜ ਵੀ ਅਸੀਂ ਸਟਰਗਲ ਕਰ ਰਹੇ ਹਾਂ ਕਿ ਸਾਡੇ ਕੋਲ ਜੇ ਅਸੀਂ ਉਦੋਂ ਸੰਭਾਲਿਆ ਹੁੰਦਾ ਤਾਂ ਸ਼ਾਇਦ ਅੱਜ ਸਾਡੇ ਕੋਲ ਇੰਨੇ ਫੰਡਸ ਜਾਂ ਇੰਨੇ ਮਤਲਬ ਰੇਨੀ ਡੇ ਫੰਡਸ ਹੁੰਦੇ ਕਿ ਅਸੀਂ ਆ ਜਿਹੜੇ ਡੈਫਿਸਿਟ ਆ ਇਹਨਾਂ ਨੂੰ ਘੱਟ ਰਨ ਕਰਦੇ, ਤੇ ਉਹ ਚਲੋ ਬਾਅਦ ਫਿਰ ਕਦੇ ਗੱਲ ਕਰਾਂਗੇ। ਸੋ 1915 ਦੇ ਵਿੱਚ ਉਹ ਡਾਇਨੈਸਟੀ ਨੂੰ ਫਿਰ ਆਪਣੇ ਪੀਟਰ ਲੋਹਿਡ ਤੋਂ ਬਾਅਦ ਡੌਨ ਗੈਟੀ ਤੋਂ ਬਾਅਦ ਰੈਲਫ ਕਲਾਈਨ, ਫਿਰ ਐਡ ਸਟਾਲਮੈਕ, ਫਿਰ ਆਈ ਬਲੀਵ ਰੈਡਫੋਰਡ, ਤੇ ਫਿਰ 2015 ਦੇ ਵਿੱਚ ਆਪਣੇ NDP, ਜਿਹਨੂੰ ਕਦੇ ਕੋਈ ਵੀ ਬੰਦਾ ਵਾਈਲਡੈਸਟ ਡ੍ਰੀਮਸ 'ਚ ਇਮੈਜਿਨ ਨਹੀਂ ਕਰ ਸਕਦਾ ਵੀ NDP ਵੀ ਕਦੇ ਕੰਜ਼ਰਵੇਟਿਵ ਕੰਟਰੀ ਅਲਬਰਟਾ ਦੇ ਵਿੱਚ ਸਰਕਾਰ ਬਣਾਊ। ਤਾਂ NDP ਨੇ ਉਹ ਰੈਬਿਟ ਪੁੱਲ ਕੀਤਾ ਹੈਡ 'ਚੋਂ ਜਿਹੜਾ ਕਿਸੇ ਨੇ ਬਲੀਵ ਨਹੀਂ ਕੀਤਾ ਹੀ, ਤੇ 2015 'ਚ ਉਹਨਾਂ ਨੇ ਸਰਕਾਰ ਬਣਾਈ। ਰੇਚਲ ਨੋਟਲੀ, ਜਿਨ੍ਹਾਂ ਦੇ ਆਪਣੇ ਫਾਦਰ ਸਾਹਿਬ ਗ੍ਰੈਂਟ ਨੋਟਲੀ ਆਈ ਬਲੀਵ 1971 'ਚ ਉਹ ਵੀ MLA ਬਣੇ ਸੀਗੇ, ਜਿਨ੍ਹਾਂ ਦੀ ਬਾਅਦ ਦੇ ਵਿੱਚ ਐਕਸੀਡੈਂਟ ਜਹਾਜ਼ ਹਾਦਸੇ 'ਚ ਮੌਤ ਹੋ ਗਈ ਸੀ। ਸੋ ਐਨੀਵੇਜ਼, ਸੋ ਉਸ ਤੋਂ ਬਾਅਦ ਸਾਨੂੰ ਪਤਾ ਹੀ ਆ ਕਿ 2019 ਦੇ ਵਿੱਚ ਫਿਰ ਤੋਂ UCP ਜਾਂ ਕੰਜ਼ਰਵੇਟਿਵ ਰੂਲ। ਸੋ ਇਹ ਰਿਹਾ ਵਾ ਇਤਿਹਾਸ, ਪਰ ਮੋਸਟਲੀ ਜਿਹੜੀ ਸਾਡੇ ਅਲਬਰਟਨਸ ਦੀ ਸਾਈਕੀ ਦੇ ਵਿੱਚ ਉਹ ਕੰਜ਼ਰਵੇਟਿਵ ਆਈਡੀਓਲੋਜੀ ਹੀ ਰਹੀ, ਤੇ ਉਹ ਮੈਵਰਿਕ ਐਟੀਟਿਊਡ, ਕਾਊਬੋਇਸ਼ ਅਪਰੋਚ ਕਿ ਲੈਟਸ ਗੈਟ ਇਟ ਡਨ, ਕਿ ਚੀਜ਼ ਕਰੋ, ਚੀਜ਼ ਬਾਰੇ ਗੱਲ ਘੱਟ ਕਰੋ, ਤੇ ਇੰਟਰਫੇਰੈਂਸ ਨਹੀਂ ਚਾਹੀਦੀ ਸਾਨੂੰ ਈਸਟ ਤੋਂ। ਸੋ ਹੁਣ ਲਾਸਟ ਵਿੱਚ ਗੱਲ ਕਰਦੇ ਹਾਂ ਕਿ ਇੱਥੋਂ ਦੇ ਮੌਸਮ ਦੀ। ਅਕਸਰ ਕਿਹਾ ਜਾਂਦਾ ਕਿ ਅਲਬਰਟਾ ਦਾ ਮੌਸਮ ਬਾਕੀ ਜੇ ਅਸੀਂ ਵੈਨਕੂਵਰ ਦੇ ਮੁਕਾਬਲੇ, ਮਾਫ ਕਰਨਾ, ਬ੍ਰਿਟਿਸ਼ ਕੋਲੰਬੀਆ ਜਾਂ ਓਨਟਾਰੀਓ ਦੇ ਮੁਕਾਬਲੇ ਮੌਸਮ ਇੱਥੇ ਜ਼ਿਆਦਾ ਥੋੜ੍ਹਾ ਖਤਰਨਾਕ ਕਹਿ ਸਕਦੇ ਹਾਂ, ਵੀ ਜ਼ਿਆਦਾ ਦੇਰ ਤੱਕ ਠੰਡ ਰਹਿੰਦੀ, ਬਹੁਤ ਜ਼ਿਆਦਾ। ਜੇ ਤੁਸੀਂ ਬਤੌਰ ਅਲਬਰਟਨ ਇੱਥੋਂ ਦੇ ਮੌਸਮ ਨੂੰ ਡਿਸਕ੍ਰਾਈਬ ਕਰਨਾ ਹੋਵੇ ਤਾਂ ਕਿਵੇਂ ਕਰ ਸਕਦੇ ਹਾਂ? ਇਟਸ ਗ੍ਰੇਟ, ਬਿਊਟੀਫੁਲ। ਹਾਂਜੀ, ਸਾਡੇ ਇੱਥੇ 3 ਮੌਸਮ ਨੇ, ਰਾਈਟ, ਜਿਹਨੂੰ ਕਿਹਾ ਜਾਂਦਾ ਵਾ। ਇੱਕ ਤਾਂ ਸਾਡਾ ਜਿਹਨੂੰ ਕਹਿ ਸਕਦੇ ਹਾਂ ਸਰਦੀਆਂ, ਤੇ ਇੱਕ ਥੋੜ੍ਹੀਆਂ ਗਰਮੀਆਂ, ਤੇ ਇੱਕ ਕੰਸਟਰਕਸ਼ਨ। ਹੋਰ ਕੋਈ ਮੌਸਮ ਹੀ ਨਹੀਂ ਸਾਡਾ, ਪਰ ਇਟਸ ਬਿਊਟੀਫੁਲ। ਦੇਖੋ, ਜੇ ਤੁਸੀਂ ਜਿੱਦਾਂ ਆਪਾਂ ਇੰਡੀਆ ਤੋਂ ਆਉਂਦੇ ਹਾਂ, ਸਾਡੇ ਲਈ ਇੱਕ ਸ਼ੌਕ ਹੁੰਦਾ ਵਾ, ਪਰ 2 3 4 ਸਾਲਾਂ ਦੇ ਬਾਅਦ ਜਦੋਂ ਤੁਸੀਂ ਢਲ ਜਾਂਦੇ ਹੋ ਤਾਂ ਤੁਸੀਂ ਵਿੰਟਰ ਹਾਰਸ਼ ਆ, ਪਹਿਲਾਂ ਵਿੰਡ ਚਲਣਾ -30 ਤੱਕ ਚਲਾ ਜਾਂਦਾ ਵਾ, ਪਰ 3-4 ਸਾਲਾਂ ਬਾਅਦ ਤੁਸੀਂ ਉਸ ਵਿੰਟਰ ਨੂੰ ਹੀ ਇੰਜੋਏ ਕਰਨ ਲੱਗ ਜਾਂਦੇ ਹੋ। ਜਦੋਂ ਤੁਸੀਂ ਡਰਾਈਵਿੰਗ ਸਿੱਖ ਕੇ ਕਿ ਉੱਤੇ ਕਿੱਦਾਂ ਚਲਾਉਣੀ ਆ, ਜਾਂ ਤੁਹਾਨੂੰ ਸਕੀ ਦਾ ਸ਼ੌਕ ਆ ਗਿਆ, ਜਾਂ ਤੁਸੀਂ ਸਨੋਮੈਨ ਬੱਚੇ ਬਣਾ ਕੇ ਖੇਲਣ ਲੱਗ ਗਏ, ਤੇ ਉਹ ਹੌਲੀ ਹੌਲੀ ਹੁਣ ਮੈਨੂੰ ਆਈ ਬੀਨ ਹੇਅਰ ਫॉर ਲਾਈਕ ਲਾਸਟ 25 years, ਰਾਈਟ, ਪਰ ਮੈਨੂੰ ਹੁਣ ਆਮ ਯੂਜ਼ਡ ਟੂ ਇਟ। ਮੈਂ ਆਈ ਡੋਂਟ ਮਾਈਂਡ ਇਟ। ਕਈ ਵਾਰ ਕਈ ਵਾਰ -40 ਜਦੋਂ ਚਲਾ ਜਾਂਦਾ, ਕਈ ਵਾਰ ਜਨਵਰੀ ਦੇ ਵਿੱਚ ਆਪਾਂ ਕੋਲਡ ਵੇਵ 'ਚ ਫਸ ਜਾਈਦਾ, ਜਨਵਰੀ ਫਰਵਰੀ, ਕਈ ਵਾਰ ਹੁੰਦਾ ਗੁੱਸਾ ਵੀ ਚਲੋ ਕਿਤੇ ਹੋਰ ਚੱਲੀਏ, ਪਰ I love it. Calgary is the best place to live. Alberta is the best province. ਗਰਮੀਆਂ ਤਾਂ ਦੇਖੋ ਜੀ, ਗਰਮੀਆਂ ਅਲਬਰਟਾ ਵਰਗੀਆਂ ਕਿਤੇ ਨਹੀਂ ਗਿਆ। ਆਪਾਂ ਵੀ ਹੁਣ ਬੈਠੇ ਹਾਂ, ਦੇਖੋ ਗ੍ਰੀਨ ਲਸ਼ ਗਰਾਊਂਡ ਆ, ਇੰਨੇ ਪਿੱਛੇ ਫਲਾਵਰਸ ਨੇ, ਥੋੜ੍ਹੀ ਮਿੱਠੀ ਹਵਾ ਚੱਲ ਰਹੀ ਆ, ਸ਼ਾਮ 'ਚ ਬੈਠੇ ਹਾਂ, ਜੇ ਵੀਕਐਂਡ 'ਤੇ ਚਲੋ ਮਨ ਹੋਇਆ, ਤੇ ਮਤਲਬ ਪੀਪਲ ਜਿਹੜੇ ਸਾਡੇ ਲੋਕ ਨੇ ਉਹ ਤਰਸਦੇ ਨੇ ਕਿ ਇਹੋ ਜਿਹੀ ਥਾਂ ਉਹਨਾਂ ਨੂੰ ਮਿਲੇ ਜਿੱਥੇ ਕਿ 1 ਘੰਟੇ ਦੇ ਅੰਦਰ ਉਹ ਰੌਕੀ ਮਾਊਂਟੇਨਸ ਹੋਣ, ਜਿੱਥੇ ਲੇਕਸ ਨੇ, ਝੀਲਾਂ ਨੇ, ਤੇ ਫਾਲਸ ਨੇ, ਤੇ ਇਸ ਤੋਂ ਵਧੀਆ ਕੋਈ ਚੀਜ਼ ਹੋ ਹੀ ਨਹੀਂ ਸਕਦੀ ਗੀ। ਪੂਰੀ ਦੁਨੀਆ ਤੋਂ ਲੋਕ ਲੰਬੇ ਸਫ਼ਰ ਕਰਕੇ ਤੇ ਫਿਰ ਇੱਥੇ ਰੌਕੀ ਮਾਊਂਟੇਨਸ ਵੇਖਣ ਪਹੁੰਚਦੇ ਆ, ਤੇ ਜਿਹੜੇ ਕੈਲਗਰੀ ਰਹਿੰਦੇ ਆ, ਐਡਮਿੰਟਨ ਰਹਿੰਦੇ ਆ, ਜਾਂ ਅਲਬਰਟਾ ਦੇ ਵਿੱਚ ਰਹਿੰਦੇ ਆ, ਤੇ ਉਹਨਾਂ ਵਾਸਤੇ ਉਹ ਕੁਦਰਤੀ ਨਜ਼ਾਰੇ ਸਾਰਾ ਸਾਲ ਹੀ ਅਵੇਲੇਬਲ ਨੇ, ਉਹਨਾਂ ਨੂੰ ਦੋਵੇਂ ਰੁੱਤਾਂ ਦੇ ਵਿੱਚ ਵੇਖਿਆ ਮਾਣਿਆ ਜਾ ਸਕਦਾ। ਬਹੁਤ ਧੰਨਵਾਦ। ਅੱਜ ਹੀ ਕੋਈ ਗੱਲ
ਚਾਹੁੰਦੇ ਹੋ ਤੁਸੀਂ ਕਰਨੀ, ਪਰ ਮੇਰੇ ਕੋਲ ਪੁੱਛਣੀ ਰਹਿ ਗਈ ਹੋਵੇ? ਨਹੀਂ, ਮੈਂ ਥੋੜਾ ਜਿਹਾ ਦੱਸ ਦਿੰਦਾ ਮੈਂ, ਜਿਹੜੇ ਆਪਣੇ ਕੈਲਗਰੀ ਦੇ ਵਿੱਚ ਰਹਿੰਦੇ ਨੇ ਉਹਨਾਂ ਲਈ ਵੀ, ਕਿ ਕੈਲਗਰੀ 1894 ਦੇ ਵਿੱਚ ਸਿਟੀ ਬਣਿਆ। ਸਾਡੇ ਪਹਿਲੇ ਮੇਅਰ ਵੈਸਲੀ ਓਡ ਸੀਗੇ। ਐਡਮਿੰਟਨ 1904 ਚ ਸਿਟੀ ਬਣਿਆ ਤੇ ਉਹਨਾਂ ਦੇ ਪਹਿਲੇ ਮੇਅਰ ਕੈਨਥ ਮੈਕੈਂਜੀ ਸੀ। ਸੋ ਮੈਂ ਇਹ ਦੱਸਣਾ ਚਾਹੁੰਦਾ ਸੀਗਾ, ਥੋੜਾ ਜਿਹਾ ਹੋਰ ਦੱਸਦਾ ਕਿ ਜਦੋਂ ਆਈਕਨਸ ਨੇ ਜਿਹੜੇ, ਕਿ ਜਿਹੜਾ ਸਾਡਾ ਟਾਵਰ ਆ ਕੈਲਗਰੀ ਚ 68 ਚ ਬਣਿਆ, 1968 ਦੇ ਵਿੱਚ ਬਣਿਆ। ਆਪਾਂ ਪਹਿਲਾਂ ਗੱਲ ਕਰ ਹੀ ਲਈ, ਓਲੰਪਿਕਸ 1988 ਚ ਆਈਆਂ। ਸਾਡੀ ਟ੍ਰਾਂਜ਼ਿਟ 1981 ਦੇ ਵਿੱਚ ਆਈ। ਕੈਲਗਰੀ ਫਲੇਮਸ 1980 ਚ ਇੱਥੇ ਮੂਵ ਹੋਈ। 1983 ਚ ਅਸੀਂ ਸੈਡਲ ਡੋਮ ਬਣਾਈ। ਤੇ ਜਿਹੜਾ ਸਾਡਾ ਪੋਲੀਟੈਕਨਿਕ ਸੇਟ ਜਿਹੜਾ ਹੁਣ 1916 ਚ ਬਣਿਆ। ਤੇ ਇਹ ਚੀਜ਼ਾਂ ਮੈਂ ਦੱਸਣੀਆਂ ਚਾਹੁੰਦਾ ਸੀ। ਤੇ ਐਡਮਿੰਟਨ ਵਾਸੀਆਂ ਲਈ ਇਹ ਦੱਸ ਦੇਵਾਂ ਕਿ ਜਿਹੜਾ ਸੌਰੀ ਕਿ ਜਿਹੜੀ ਸਾਡਾ ਪਹਿਲੀ ਕਾਰ ਅਲਬਰਟਾ ਚ ਚੱਲੀ, ਉਹ ਐਡਮਿੰਟਨ ਦੇ ਵਿੱਚ ਚੱਲੀ ਸੀ, ਜੈਸਪਰ ਐਵਨਿਊ ਸੀ 1904 ਚ। ਪਹਿਲਾ ਲਾਇਸੈਂਸ ਜਿਹੜਾ ਐਡਮਿੰਟਨ ਚ ਇਸ਼ੂ ਹੈ, ਲਾਇਸੈਂਸ ਨੰਬਰ 1 ਟੂ ਮਿਸਟਰ ਹੈਰਿਸ ਆਈ ਬਲੀਵ। ਤੇ ਉੱਥੇ ਹੀ 1900 ਇੱਕ ਹੋਰ ਇੰਟਰਸਟਿੰਗ ਆ ਕਿ 1911 ਦੇ ਵਿੱਚ ਅਲਬਰਟਾ ਇੰਨਾ ਐਡਮਿੰਟਨ ਬੂਮ ਕਰ ਰਿਹਾ ਸੀ ਕਿ ਐਡਮਿੰਟਨ ਦੀ ਜਿਹੜੀ ਰੀਅਲ ਏਸਟੇਟ ਆ ਉਹ ਨਿਊਯਾਰਕ ਸਿਟੀ ਨਾਲੋਂ ਮਹਿੰਗੀ ਸੀ। ਹਾਂਜੀ, ਪਰ 1918 ਦੇ ਵਿੱਚ ਕੀ ਹੋਇਆ, ਅੱਜ ਅਸੀਂ ਕੋਵਿਡ 'ਚ ਬੈਠੇ ਹਾਂ, ਉਦੋਂ ਸਪੈਨਿਸ਼ ਫਲੂ ਆਇਆ। ਤੇ ਅੱਜ ਆਈ ਥਿੰਕ ਜਿਹੜੀਆਂ ਟੋਟਲ ਮੌਤਾਂ ਨੇ ਅਲਬਰਟਾ 'ਚ ਮੈਨੂੰ ਲੱਗਦਾ 250 ਨੇ। ਤੇ ਸਪੈਨਿਸ਼ ਫਲੂ ਨੇ ਆਲਮੋਸਟ 3000 ਅਲਬਰਟਨਸ ਨੂੰ ਮਾਰਿਆ ਸੀਗਾ। ਹਾਂਜੀ, ਤੇ ਉਸ ਤੋਂ ਬਾਅਦ ਅਲਬਰਟਾ ਐਡਮਿੰਟਨ ਦੇ ਵਿੱਚ 1927 ਦੇ ਵਿੱਚ ਉਹਨਾਂ ਦੀ ਮਿਊਨਿਸਪਲ ਏਅਰਪੋਰਟ ਬਣੀ। ਤੇ ਇਸੇ ਤਰੀਕੇ ਨਾਲ 78 ਦੇ ਵਿੱਚ ਕਾਮਨਵੈਲਥ ਗੇਮਸ, ਜਿੱਦਾਂ ਮੈਂ ਕਿਹਾ 78 ਚ ਉਹਨਾਂ ਨੇ LRT ਖੋਲ੍ਹੀ। ਤੇ ਮਤਲਬ ਇਹ ਕੁਝ ਫੈਕਟਸ ਨੇ। ਤੇ ਬਾਕੀ ਹੋਰ ਦੱਸਣ ਨੂੰ ਤਾਂ ਇਹੀ ਹੈਗਾ ਵਾ। ਤੇ ਬਾਕੀ ਬੜੀਆ ਸਟੈਂਪੀਡ ਦੀ ਗੱਲ ਕੀਤੀ ਆਪਾਂ, ਕਈ ਚਲੋ ਟਾਈਮ ਤਾਂ ਹੁਣ ਘੱਟ ਆ। ਸਟੈਂਪੀਡ 1912 ਸ਼ੁਰੂ ਹੋਈ। ਇੱਕ ਇੰਟਰਸਟਿੰਗ ਜਿਹਾ ਫੈਕਟ ਆ ਸਟੈਂਪੀਡ ਦੇ ਵਿੱਚ, ਜਿਹੜੇ ਕੈਲਗੇਰੀਅਨਸ ਨੇ ਉਹ ਇੱਕ ਗੱਲ ਨੂੰ ਸ਼ਾਇਦ ਉਹਨਾਂ ਨੇ ਨੋਟਿਸ ਕੀਤੀ ਹੋਵੇ ਕਿ ਇਹ ਆਮ ਹੀ ਆ ਕਿ ਐਵਰੀ ਡੇ ਥੰਡਰ ਸਟੋਰਮ ਲੰਘਦੀਆਂ ਜਦੋਂ ਸਟੈਂਪੀਡ ਹੁੰਦੀ ਆ। ਸ਼ਾਇਦ ਗੌਰ ਕਰਕੇ ਦੇਖਿਓ ਵੀ ਮੀਂਹ ਕਈ ਵਾਰ ਪੈਂਦਾ ਹੀ ਪੈਂਦਾ ਵਾ। ਤੇ ਉਹ ਇਸ ਕਰਕੇ ਮੰਨਿਆ ਜਾਂਦਾ ਵੀ ਇੱਕ ਮਿਥ ਚੱਲਦੀ ਹੈਗੀ ਆ ਕਿ ਇੱਕ ਬੰਦਾ ਸੀਗਾ ਜੀ, ਉਹ ਅਮਰੀਕਨ ਸੀਗਾ। ਤੇ ਉਹ ਸਪੀਕਰ ਉਹ ਜਿਹੜੀ ਅਨਾਊਂਸ ਕਰਦਾ ਹੁੰਦਾ ਇਸ ਸਟੈਂਪੀਡ ਤੇ, ਮੈਨੂੰ ਉਹ ਬੰਦੇ ਦਾ ਹੁਣ ਨਾਂ ਭੁੱਲ ਗਿਆ। ਐਨੀਵੇਜ਼ ਉਹ ਬੰਦੇ ਨੇ 1918 ਦੇ ਵਿੱਚ 2 ਪੈਗ ਜ਼ਿਆਦਾ ਲਾ ਲਏ। ਤੇ ਉਹਨੇ ਅਨਾਊਂਸ ਕਰਦਾ ਪਤਾ ਨਹੀਂ ਕਿਸ ਤਰੀਕੇ ਨਾਲ ਕਿ ਜੀ ਇਹ ਪਹਿਲੀ ਸਟੈਂਪੀਡ, ਤੇ ਮੈਂ ਪਹਿਲੀ ਸਟੈਂਪੀਡ ਮੈਂ ਅਨਾਊਂਸ ਕੀਤੀ ਸੀ ਤੇ ਅੱਜ ਮੈਂ ਆਖਰੀ ਵੀ ਅਨਾਊਂਸ ਕਰ ਰਿਹਾ। ਸਟੈਂਪੀਡ ਨੇ ਉਹਨੂੰ ਫਾਇਰ ਕਰਦਾ, ਉਹ ਬੰਦੇ ਨੇ ਕਰਸ ਪਾ ਦੀ ਤੇ ਸੌਰੀ। ਤੇ ਅੱਜ ਵੀ ਕਿਹਾ ਜਾਂਦਾ ਕਿ ਉਹ ਜਦੋਂ ਵੀ ਸਟੈਂਪੀਡ ਹੁੰਦੀ ਆ ਤੇ ਉਹਦੀ ਕਰਸ ਕਰਕੇ ਉਹਦੀ ਆਤਮਾ ਉੱਤੇ ਘੁੰਮਦੀ ਆ ਤੇ ਮੀਂਹ ਪੈਂਦਾ, ਥੰਡਰਸਟੋਰਮ ਹੁੰਦੀ ਆ, ਵੀ ਉਹ ਛੱਡ ਨਹੀਂ ਰਿਹਾ ਸਟੈਂਪੀਡ ਨੂੰ। ਹਾਲਾਂਕਿ ਮੈਨੂੰ ਲੱਗਦਾ ਵੀ ਸ਼ਾਇਦ ਐਤਕੀ ਕੋਵਿਡ ਕਰਕੇ ਸਟੈਂਪੀਡ ਨਹੀਂ ਹੋਈ ਤੇ ਸ਼ਾਇਦ ਐਤਕੀ ਆਤਮਾ ਜਿਹੜੀ ਰੈਸਟ ਇਨ ਪੀਸ ਕਰ ਸਕੇ। ਤੇ ਇਹ ਫੈਕਟ ਜਿਹਾ ਸੀ। ਬਹੁਤ ਬਹੁਤ ਧੰਨਵਾਦ। ਹਾਲਾਂਕਿ ਗੱਲਾਂ ਇੰਨੀਆਂ ਜ਼ਿਆਦਾ ਨੇ, ਅਜੇ ਵੀ ਅਸੀਂ ਅਲਬਰਟਾ ਬਾਰੇ ਬਹੁਤ ਜ਼ਿਆਦਾ ਗੱਲਾਂ ਕਰ ਸਕਦੇ ਹਾਂ। ਜੇ ਇਕੱਲੇ ਸ਼ਹਿਰ ਬਾਰੇ ਕਰਨੀ ਹੋਵੇ ਬਹੁਤ ਗੱਲਾਂ ਕਰ ਸਕਦੇ ਹਾਂ, ਪਰ ਵਕਤ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਇਸ ਗੱਲਬਾਤ ਨੂੰ ਹੋਰ ਅੱਗੇ ਵਧਾ ਸਕੀਏ। ਪਰ ਤੁਹਾਡੇ ਵਾਸਤੇ ਇਸ ਤਰ੍ਹਾਂ ਦੇ ਬਹੁਤ ਰੌਚਕ ਤੱਥ ਲੈ ਕੇ ਆਉਂਦੇ ਰਵਾਂਗੇ। ਅੱਜ ਅਸੀਂ ਪੂਰੇ ਅਲਬਰਟਾ ਦੀ ਗੱਲ ਕੀਤੀ। ਕੱਲ੍ਹ ਨੂੰ ਅਸੀਂ ਗੱਲ ਇਹ ਵੀ ਕਰ ਸਕਦੇ ਹਾਂ, ਆਉਂਦੇ ਦਿਨਾਂ ਦੇ ਵਿੱਚ ਅਸੀਂ ਇਕੱਲੇ ਕੈਲਗਰੀ ਬਾਰੇ ਗੱਲ ਕਰੀਏ, ਫਿਰ ਇਕੱਲੇ ਐਡਮਿੰਟਨ ਬਾਰੇ ਗੱਲ ਕਰੀਏ, ਇਕੱਲੇ ਬੈਂਫ ਬਾਰੇ ਗੱਲ ਕਰੀਏ। ਗੱਲਾਂ ਇੰਨੀਆਂ ਕਰਨ ਨੂੰ ਕਿ ਟਾਈਮ ਬਹੁਤ ਚਾਹੀਦਾ, ਤੇ ਉਹ ਟਾਈਮ ਅਸੀਂ ਲਗਾਤਾਰ ਰਾਜਨਾਂ ਕੋਲ ਲੈਂਦੇ ਰਵਾਂਗੇ। ਬਹੁਤ ਬਹੁਤ ਧੰਨਵਾਦ। ਨਹੀਂ ਜੀ, ਥੈਂਕ ਯੂ ਸਾਰੇ ਦੇਖਣ ਵਾਲਿਆਂ ਨੂੰ। ਤੇ ਮੈਂ ਉਮੀਦ ਕਰਦਾ ਕਿ ਉਹਨਾਂ ਨੂੰ ਪਸੰਦ ਆਇਆ ਹੋਊਗਾ। ਤੇ ਬਾਕੀ ਕੋਈ ਵੀ ਕੁਐਸਚਨ ਹੋਵੇ ਤੇ ਆਈ ਥਿੰਕ ਕਮੈਂਟ 'ਚੋਂ ਲਿਖ ਸਕਦੇ ਨੇ ਤੇ ਮੈਂ ਤੁਹਾਨੂੰ ਦੱਸ ਦੂੰਗਾ, ਆਨਸਰ ਆਪਾਂ ਦੇ ਸਕਦੇ ਹਾਂ। ਬਿਲਕੁਲ, ਤੁਹਾਡਾ ਕੋਈ ਵੀ ਸਵਾਲ ਹੋਊ ਜਦੋਂ ਸੋਸ਼ਲ ਮੀਡੀਆ ਦੇ ਪ੍ਰੋਗਰਾਮ ਹੋਏਗਾ ਤੇ ਤੁਸੀਂ ਕਮੈਂਟ ਦੇ ਰੂਪ ਵਿੱਚ ਦੱਸ ਦਿਓ। ਨਹੀਂ ਤੇ ਸਾਡਾ WhatsApp ਨੰਬਰ ਤੇ ਜਿਹੜਾ ਅਸੀਂ ਹਮੇਸ਼ਾ ਆਪਣੀ ਸਕਰੀਨ ਦੇ ਉੱਪਰ ਸ਼ੋਅ ਕਰਦੇ ਰਹਿੰਦੇ ਹਾਂ, ਤੁਸੀਂ ਉਹਦੇ ਜ਼ਰੀਏ ਵੀ ਸਾਡੇ ਨਾਲ ਗੱਲ ਕਰ ਸਕਦੇ ਹੋ ਤੇ ਅਸੀਂ ਅਗਲੇ ਪ੍ਰੋਗਰਾਮਾਂ ਵਿੱਚ ਉਹਨਾਂ ਗੱਲਾਂ ਨੂੰ ਡਿਸਕਸ ਕਰ ਸਕਦੇ ਹਾਂ। ਫਿਰ ਹਾਜ਼ਰ ਹੋਵਾਂਗਾ ਜੀ ਕਿਸੇ ਹੋਰ ਮਹਿਮਾਨ ਦੇ ਨਾਲ, ਕਿਸੇ ਹੋਰ ਮੁੱਦੇ ਦੇ ਨਾਲ, ਤਾਂ ਕਿ ਤੁਹਾਡੀ ਜਾਣਕਾਰੀ ਵਿੱਚ ਵੀ ਵਾਧਾ ਹੋਵੇ ਤੇ ਮੇਰੀ ਵਿੱਚ ਵੀ, ਤੇ ਸਾਡੇ ਸਾਰੇ ਦਰਸ਼ਕ ਜਿੱਥੇ ਬੈਠੇ ਨੇ ਉਹਨਾਂ ਦੀ ਜਾਣਕਾਰੀ ਵਿੱਚ ਵੀ। ਧੰਨਵਾਦ ਜੀ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।